ਤਾਂ ਰਾਤ ਨੂੰ ਚੂਹੇ ਦੰਦੀਆਂ ਵੱਢਦੇ ਸੀ ਸਾਡੇ। ਅਸੀਂ ਆਪਦੇ ਸਾਰੇ ਕੰਮ ਛੱਡ ਕੇ ਭੱਜਦੇ ਹਾਂ, ਲੋਕ ਆਪਦਿਆਂ ਵਾਸਤੇ ਨਹੀਂ ਭੱਜਦੇ। ਬਾਅਦ ਚੋਂ ਪਤਾ ਲੱਗਦਾ ਹੈਗਾ ਵੀ ਦਿਨਾਂ ਦੇ ਵਿੱਚ ਹੀ ਬੰਦੇ ਨੇ ਇੰਡੈਵਰ ਗੱਡੀ ਕਢਾ ਲਈ। ਸਭ ਬਠਿੰਡੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਗਲੀ ਗਲੀ ਹੋਇਆ ਪਿਆ ਹੈਗਾ। ਸਰਕਾਰੀ ਹਸਪਤਾਲ ਦਾ ਸਿਸਟਮ ਇੰਨਾ ਕੁ ਮਾੜਾ ਹੈ, ਤੁਸੀਂ ਅੱਜ ਵੀ ਚਲੇ ਜਾਓ ਹਸਪਤਾਲ ਦੇ ਵਿੱਚ ਪੀਣ ਦਾ ਪਾਣੀ ਹੈ ਨਹੀਂਗਾ, ਇਲਾਜ ਤਾਂ ਬਹੁਤ ਦੂਰ ਦੀਆਂ ਗੱਲਾਂ ਹੈ। ਡਾਕਟਰ ਸਾਹਿਬ ਨੂੰ ਲੱਖਾਂ ਰੁਪਈਆਂ ਦੀ ਆਫਰ ਆ ਰਹੀਆਂ ਸੀਗੀਆਂ ਵੀ ਜੇ ਡਾਕਟਰ ਸਾਹਿਬ ਤੁਸੀਂ ਕੰਮ ਨਹੀਂ ਕਰਨਾ। ਸਤਿ ਸ਼੍ਰੀ ਅਕਾਲ, OMG ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਮਾਜ ਸੇਵੀ ਸੰਸਥਾ। ਜੇ ਸਮਾਜ ਸੇਵੀ ਸੰਸਥਾ ਦਾ ਨਾਮ ਆਉਂਦਾ ਤਾਂ ਲੋਕ ਬਹੁਤ ਹੀ ਫਖਰ ਮਹਿਸੂਸ ਕਰਦੇ ਆ, ਅਸੀਂ ਬਹੁਤ ਹੀ ਫਖਰ ਮਹਿਸੂਸ ਕਰਦੇ ਹਾਂ। ਹੁਣ ਸਮਾਜ ਸੇਵੀ ਸੰਸਥਾ ਵਿੱਚੋਂ ਇੱਕ ਸੰਸਥਾ ਹੈ ਨੌਜਵਾਨ ਵੈਲਫੇਅਰ ਸੁਸਾਇਟੀ। ਹਾਂਜੀ, ਜਦੋਂ ਵੀ ਸਮਾਜ ਸੇਵਾ ਦਾ ਨਾਮ ਆਉਂਦਾ ਤਾਂ ਇੱਕ ਸੁਸਾਇਟੀ ਦਾ ਨਾਮ ਜ਼ਰੂਰ ਆਉਂਦਾ, ਨੌਜਵਾਨ ਵੈਲਫੇਅਰ ਸੁਸਾਇਟੀ। ਅੱਜ ਅਸੀਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨਾਲ ਗੱਲਬਾਤ ਕਰਨ ਜਾ ਰਹੇ। ਕਰਦੇ ਉਹਨਾਂ ਨਾਲ ਗੱਲਬਾਤ ਤੇ ਜਾਣਦੇ ਆ ਕਿ ਸਮਾਜ ਸੇਵਾ ਵਿੱਚ ਉਹ ਕਿੱਦਾਂ ਹੈ ਤੇ ਕੀ ਦ੍ਰਿਸ਼ਟੀਕੋਣ ਹੈ ਵੀ ਅੱਗੇ ਕੀ ਕੁਝ ਕੰਮ ਉਹ ਕਰਨ ਜਾ ਰਹੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਮੈਡਮ। ਨੌਜਵਾਨ ਵੈਲਫੇਅਰ ਸੁਸਾਇਟੀ ਨਾਲ ਤੁਸੀਂ ਕਿਵੇਂ ਜੁੜੇ, ਪ੍ਰਧਾਨਗੀ ਕਰਕੇ? ਨਹੀਂ ਮੈਡਮ, ਅਸਲ ਦੇ ਵਿੱਚ ਗੱਲ ਇਹ ਹੈ ਵੀ ਇਹ ਸੰਸਥਾ ਸਾਡੀ 2003 ਤੋਂ ਚੱਲ ਰਹੀ ਹੈ। ਠੀਕ ਹੈ ਜੀ। 2002 ਦੇ ਵਿੱਚ ਬਠਿੰਡਾ ਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਆਈ ਸੀ, ਜਿਹੜੀ ਪਸ਼ੂਆਂ ਨੂੰ ਹੋ ਜਾਂਦੀ ਸੀ। ਉਹਨਾਂ ਦੇ ਖੁਰਾਂ ਦੇ ਵਿੱਚ ਕੀੜੇ ਪੈ ਜਾਂਦੇ ਸੀ, ਉਹਨਾਂ ਦੇ ਮੂੰਹ 'ਚ ਕੀੜੇ ਪੈ ਜਾਂਦੇ ਸੀ, ਜਿਸ ਦੇ ਨਾਲ ਉਹ ਖਾਣ ਪੀਣ ਤੋਂ ਅਸਮਰਥ ਹੋ ਜਾਂਦੇ ਸੀ ਤੇ ਉਹਨਾਂ ਦੀ ਕੁਝ ਟਾਈਮ ਬਾਅਦ ਡੈਥ ਹੋ ਜਾਂਦੀ ਸੀ। ਠੀਕ ਹੈ। ਉਹ ਸਮੱਸਿਆ ਇੰਨੀ ਜ਼ਿਆਦਾ ਸੀ, ਇੰਨੀ ਵਿਕਰਾਲ ਸਮੱਸਿਆ ਸੀ ਕਿ ਉਸ ਨੂੰ ਹੈਂਡਲ ਕਰ ਪਾਣਾ ਕਿਸੇ ਇੱਕ ਸੰਸਥਾ ਦਾ ਜਾਂ ਪ੍ਰਸ਼ਾਸਨ ਦੇ ਬੱਸ ਦੇ ਵਿੱਚ ਨਹੀਂ ਰਿਹਾ ਸੀਗਾ। ਠੀਕ ਹੈ ਜੀ। ਉਸ ਚੀਜ਼ ਨੂੰ ਅਸੀਂ ਦੇਖਦੇ ਹੋਏ ਅਸੀਂ ਕੁਝ ਮੁਹੱਲੇ ਦੇ ਜਿਹੜੇ ਸਾਥੀ ਸੀਗੇ, ਅਸੀਂ ਇਕੱਠੇ ਹੋਏ, ਜਿਹੜੇ ਅਸੀਂ ਯਾਰ ਦੋਸਤ ਸੀਗੇ, ਉਹ ਅਸੀਂ ਇਕੱਠੇ ਹੋਏ ਤੇ ਅਸੀਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਸ਼ੁਰੂ ਕੀਤਾ। ਹਾਂਜੀ। ਮੂੰਹ ਖੁਰ ਦੀ ਬਿਮਾਰੀ ਦਾ ਹੌਲੀ ਹੌਲੀ ਸਾਨੂੰ ਲੋਕ ਇਨਫੋਰਮੇਸ਼ਨ ਦੇਣ ਲੱਗ ਗਏ, ਸਾਡੇ ਨੰਬਰ ਨੋਟ ਕਰਨ ਲੱਗ ਗਏ। ਹਾਂਜੀ। ਅਸੀਂ ਇਹ ਕੰਮ ਨੂੰ ਲਗਾਤਾਰ ਕਈ ਮਹੀਨੇ ਕੰਟੀਨਿਊ ਰੱਖਿਆ। ਠੀਕ ਹੈ ਜੀ। ਸਾਨੂੰ ਸਮੱਸਿਆ ਇਹ ਹੋ ਜਾਂਦੀ ਵੀ ਅਸੀਂ ਦੋ ਜਣੇ ਜਦੋਂ ਮੋਟਰਸਾਈਕਲ ਤੇ ਸਕੂਟਰਾਂ ਦੇ ਉੱਤੇ ਅਸੀਂ ਜਾਂਦੇ ਤਾਂ ਅਸੀਂ ਤਕਰੀਬਨ 22-23 ਜਣੇ ਹੁੰਦੇ। ਠੀਕ ਹੈ ਜੀ। ਜਾਣ ਲੱਗੇ ਸਵੇਰ ਦਾ ਟਾਈਮ ਹੁੰਦਾ 4-5 ਵਜੇ ਦਾ, ਲੇਕਿਨ ਜਦੋਂ ਆਉਣ ਲੱਗੇ ਟਾਈਮ ਹੁੰਦਾ ਉਦੋਂ ਸਾਨੂੰ ਕਈ ਵਾਰ 9 ਵੀ ਵੱਜ ਜਾਂਦੇ, ਕਈ ਵਾਰ 10 ਵੀ ਵੱਜ ਜਾਂਦੇ। ਤਾਂ ਥਾਂ ਥਾਂ ਤੇ ਚੌਂਕਾਂ ਦੇ ਉੱਤੇ ਪੁਲਿਸ ਵਾਲੇ, ਟ੍ਰੈਫਿਕ ਪੁਲਿਸ ਦੇ ਨਾਕੇ ਲੱਗੇ ਹੁੰਦੇ। ਉਹ ਜਦੋਂ ਦੇਖਦੇ ਵੀ ਇੰਨੇ ਸਾਰੇ ਮੁੰਡੇ ਇਕੱਠੇ ਆ ਰਹੇ ਹੈਗੇ ਵੀ ਕੋਈ ਵਾਰਦਾਤ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਹੋਵੇ, ਉਹ ਸਾਨੂੰ ਰੋਕ ਲੈਂਦੇ। ਪਰ ਉਹ ਜਦੋਂ ਸਾਨੂੰ ਦੇਖਦੇ ਵੀ ਸਾਡੇ ਹੱਥ 'ਚ ਦਵਾਈਆਂ ਤੇ ਰੱਸੇ ਹੈ, ਹਾਂਜੀ, ਫਿਰ ਉਹ ਸਾਨੂੰ ਕਹਿੰਦੇ ਵੀ ਅੱਛਾ ਕਲੱਬ ਵਾਲੇ ਹੋ। ਅਸੀਂ ਕਹਿੰਦੇ ਕਲੱਬ ਵਾਲੇ ਨਹੀਂ ਜੀ, ਅਸੀਂ ਸਾਡਾ ਕੋਈ ਕਲੱਬ ਨਹੀਂ ਬਣਿਆ ਹੋਇਆ, ਪਰ ਅਸੀਂ ਮੁਹੱਲੇ ਦੇ ਬੰਦੇ ਇਕੱਠੇ ਹੋ ਕੇ ਅਸੀਂ ਸੇਵਾ ਕਰਦੇ ਹਾਂ। ਕਹਿੰਦੇ ਚਲੋ ਤੁਸੀਂ ਕਰਦੇ ਤਾਂ ਸੇਵਾ ਹੀ ਹੋ। ਤਾਂ ਸਾਨੂੰ ਬਹੁਤ ਵਾਰ ਰੋਕਿਆ ਗਿਆ। ਤਾਂ ਇੱਕ ਵਾਰ ਸਾਨੂੰ ਟ੍ਰੈਫਿਕ ਵਾਲੇ ਨੇ, ਜਿਹਨੇ ਸਾਨੂੰ 4-5 ਵਾਰ ਪਹਿਲਾਂ ਰੋਕ ਲਿਆ ਸੀਗਾ, ਉਹ ਕਹਿੰਦਾ ਯਾਰ ਮੇਰੀ ਇੱਕ ਸਲਾਹ ਹੈ, ਤੁਸੀਂ ਇੱਕ ਆਪਦਾ ਨਾ ਕਲੱਬ ਦਾ ਨਾਮ ਰੱਖ ਲਓ ਤੇ ਆਪਦੇ ਅੱਗੇ ਲਿਖ ਲਿਆ ਕਰੋ, ਅਸੀਂ ਤੁਹਾਨੂੰ ਦੇਖ ਕੇ ਦੂਰੋਂ ਪਛਾਣ ਲਾਂਗੇ ਵੀ ਇਹ ਤਾਂ ਸੇਵਾ ਵਾਲੇ ਮੁੰਡੇ ਆ, ਵੀ ਕੋਈ ਵਾਰਦਾਤ ਵਾਲੇ ਨਹੀਂ। ਕਹਿੰਦਾ ਅਸੀਂ ਵੀ ਭੱਜ ਕੇ ਅੱਗੇ ਆਨੇ, ਜਦੋਂ ਦੇਖਦੇ ਆ ਵੀ ਇੰਨੇ ਸਾਰੇ ਵਹੀਕਲ ਇਕੱਠੇ ਆ ਰਹੇ ਆ ਵੀ ਕੋਈ ਵਾਰਦਾਤ ਤੇ ਤਾਂ ਨਹੀਂ ਚੱਲੇ, ਤਾਂ ਸਾਨੂੰ ਦੂਰੋਂ ਪਤਾ ਲੱਗ ਜਾਇਆ ਕਰੂਗਾ ਵੀ ਇਹ ਕੋਈ ਕਲੱਬ ਵਾਲੇ। ਇਸ ਤਰੀਕੇ ਨਾਲ ਸੁਸਾਇਟੀ ਬਣੀ ਤੁਹਾਡੀ ਨੌਜਵਾਨ ਵੈਲਫੇਅਰ। ਇਸ ਤਰ੍ਹਾਂ ਸਾਡੀ ਸੁਸਾਇਟੀ ਬਣੀ। ਫਿਰ ਸਾਨੂੰ ਸੁਸਾਇਟੀ ਬਣਾਉਣ ਦਾ ਨਹੀਂ ਪਤਾ ਸੀ। ਅਸੀਂ ਸੀਏ ਸਾਹਿਬ ਨਾਲ ਗੱਲ ਕੀਤੀ ਵੀ ਅਸੀਂ ਸੰਸਥਾ ਬਣਾਉਣੀ ਹੈਗੀ ਹੈ, ਉਹਦੀ ਕੀ ਫਾਰਮੈਲਿਟੀ ਹੈ। ਉਹਨਾਂ ਨੇ ਸਾਨੂੰ ਕੁਝ ਡਾਕੂਮੈਂਟਸ ਦਿੱਤੇ, ਉਹਦੇ ਵਿੱਚ ਕੁਝ ਪੋਸਟਾਂ ਸੀਗੀਆਂ। ਉਹ ਪੋਸਟ ਜਿਵੇਂ ਚੇਅਰਮੈਨ, ਵਾਈਸ ਚੇਅਰਮੈਨ, ਨਾਲ ਸੈਕਟਰੀ, ਜੁਆਇੰਟ ਸੈਕਟਰੀ, ਕੈਸ਼ੀਅਰ ਤੇ ਕੁਝ ਐਗਜ਼ੀਕਿਊਟਿਵ ਮੈਂਬਰ। ਤਾਂ ਉਹਦੇ ਵਿੱਚ ਅਸੀਂ ਜਿਹੜੇ ਸੀਗੇ, ਅਸੀਂ ਇੱਕ ਦੂਸਰੇ ਨੂੰ ਕਹਿ ਰਹੇ ਸੀਗੇ ਵੀ ਤੂੰ ਚੇਅਰਮੈਨ ਬਣ ਜਾ। ਅਸੀਂ ਏਜ ਦੇ ਮੁਤਾਬਕ ਗੱਲ ਕਰਨ ਲੱਗ ਗਏ ਵੀ ਨਹੀਂ ਤੂੰ ਬਣ ਜਾ, ਨਹੀਂ ਤੂੰ ਬਣ ਜਾ। ਉਹ ਕਹਿੰਦੇ ਵੀ ਨਹੀਂ ਭਾਈ ਇਹ ਤਾਂ ਫਾਰਮੈਲਿਟੀ ਹੈ, ਪੂਰੀ ਤਾਂ ਕਰਨੀ ਪਊਗੀ। ਤਾਂ ਉਦੋਂ ਡਿਸਾਈਡ ਹੋਇਆ ਵੀ ਉਹ ਸਾਰਿਆਂ ਨੇ ਜ਼ਬਰਦਸਤੀ ਮੈਨੂੰ ਬਣਾਤਾ। ਕਹਿੰਦੇ ਵੀ ਨਹੀਂ ਵੀ ਤੈਨੂੰ ਗੱਲ ਕਰਨ ਦਾ ਵੀ ਪਤਾ ਹੈ, ਟ੍ਰੀਟਮੈਂਟ ਵੀ ਤੈਨੂੰ ਸਾਰੇ ਪਤਾ ਹੈ, ਪਸ਼ੂਆਂ ਦਾ ਸਭ ਤੋਂ ਵੱਧ ਤੂੰ ਫੜ ਵੀ ਤੂੰ ਲੈਣਾ ਇਕੱਲਾ ਵੀ। ਹਾਂਜੀ। ਤੇ ਅਸੀਂ ਤਾਂ ਤੈਨੂੰ ਦੇਖ ਕੇ ਕੰਮ ਕਰਨ ਲੱਗੇ ਹੈਗੇ। ਅੱਛਾ, ਤਾਂ ਤੁਸੀਂ ਪ੍ਰਧਾਨ ਬਣੇ? ਜੀ ਬਿਲਕੁਲ। ਉਹ ਬਸ ਫਿਰ ਉਹ ਮੈਨੂੰ ਉਹਨਾਂ ਨੇ ਬਣਾਤਾ। ਹਾਲਾਂਕਿ ਸਾਡੇ ਚੋਂ ਜਿਹੜੇ ਏਜ ਤੋਂ ਵੱਡੇ ਸੀਗੇ, ਕੁਝ ਮੈਂ ਚਾਹੁੰਦਾ ਸੀਗਾ ਵੀ ਜਿਹੜੇ ਏਜ ਤੋਂ ਵੱਡੇ ਹੈਗੇ ਵੀ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਹੈਗਾ, ਵੀ ਆਪਾਂ ਤਾਂ ਸੇਵਾ ਕਰਨੀ ਹੈ, ਇਸ ਚੀਜ਼ ਦੇ ਵਿੱਚ ਕੀ ਹੈਗਾ। ਹਾਂਜੀ। ਤੇ ਇਹ ਚੀਜ਼ ਗਵਾਹ ਵੀ ਹੈਗੀ ਹੈ ਪੂਰਾ ਪ੍ਰਸ਼ਾਸਨ, ਤੁਸੀਂ ਜਿੱਥੇ ਮਰਜ਼ੀ ਪੁੱਛ ਸਕਦੇ ਹੋ ਕਿ ਸਾਡੀ ਸੰਸਥਾ 2003 ਤੋਂ ਕੰਮ ਕਰ ਰਹੀ ਹੈ। ਮੈਂ ਫੋਨ ਕਰਕੇ ਸਿਰਫ ਇੰਨਾ ਜ਼ਰੂਰ ਕਹਿਣਾ ਹੁੰਦਾ ਵੀ ਮੈਂ ਸੋਨੂ ਮਹੇਸ਼ਵਰੀ ਬੋਲ ਰਹੀ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ। ਜਦੋਂ ਸਾਨੂੰ ਕੋਈ ਕੰਮ ਪੈਂਦਾ ਹੈਗਾ, ਮੈਂ ਕਦੀ ਵੀ ਆਪਦਾ ਰੈਫਰੈਂਸ ਐ ਨਹੀਂ ਬੋਲਿਆ ਵੀ ਮੈਂ ਸੰਸਥਾ ਦਾ ਪ੍ਰਧਾਨ ਬੋਲ ਰਿਹਾ। ਠੀਕ ਹੈ ਜੀ। ਕਦੀ ਵੀ ਨਹੀਂ ਕਿਹਾ, ਕਿਸੇ ਨੂੰ ਵੀ ਨਹੀਂ ਕਿਹਾ ਮੈਂ ਇਹ ਗੱਲ। ਠੀਕ ਹੈ ਜੀ। ਹਾਂਜੀ ਸਰ, ਇੱਕ ਚੀਜ਼ ਹੋਰ, ਇਹ ਸੰਸਥਾ ਬਣਨ ਤੋਂ ਪਹਿਲਾਂ ਤੁਸੀਂ ਇੱਕ ਨਾਮੀ ਸੰਸਥਾ 'ਚ ਸੀਗੇ ਜੀ, ਉਹਨਾਂ ਬਾਰੇ ਕੀ ਕਹਿਣਾ? ਜਦੋਂ ਤੁਸੀਂ ਉੱਥੇ ਸੀ ਤੇ ਉੱਥੇ ਕਿਉਂ ਛੱਡਿਆ ਤੁਸੀਂ? ਤੇ ਇੱਕ ਚੀਜ਼ ਹੋਰ ਕਿ ਤੁਸੀਂ ਉਹਨਾਂ ਤੇ ਬਹੁਤ ਤਰ੍ਹਾਂ ਦੇ ਦੋਸ਼ ਲਗਾ ਰਹੇ ਹੋ, ਇਹ ਈਰਖਾ ਤਾਂ ਨਹੀਂ ਕਿਤੇ? ਨਹੀਂ ਜੀ, ਇਹ ਈਰਖਾ ਨਹੀਂ ਜੀ। ਜਦੋਂ ਮੈਂ
ਸਕੂਲ ਟਾਈਮ ਦੇ ਵਿੱਚ ਸੀਗਾ, ਹਾਂਜੀ ਉਦੋਂ ਮੇਰਾ ਇਹਨਾਂ ਚੀਜ਼ਾਂ ਵੱਲ ਬਹੁਤ ਜ਼ਿਆਦਾ ਇੰਟਰਸਟ ਸੀਗਾ। ਮੈਂ ਉਦੋਂ ਫਸਟ ਏਡ ਜੁਆਇਨ ਕੀਤੀ ਸੀ, ਉਦੋਂ ਸਕੂਲਾਂ ਦੇ ਵਿੱਚ ਵੀ ਫਸਟ ਏਡ ਸਿੱਖਣੀ ਜ਼ਰੂਰੀ ਹੁੰਦੀ ਸੀਗੀ। ਠੀਕ ਹੈ ਜੀ। ਤੇ ਮੇਰਾ ਇੰਨਾ ਕੁ ਜ਼ਿਆਦਾ ਇੰਟਰਸਟ ਸੀਗਾ ਵੀ ਮੈਂ ਉਹਦੇ ਵਿੱਚ ਕਈ ਵਾਰ ਓਵਰਆਲ ਬੈਸਟ ਕੈਡਿਟ ਰਿਹਾ ਹੈਗਾ। ਕਾਲਜ ਦੇ ਸਟੂਡੈਂਟਸ ਲੜਕੇ ਲੜਕੀਆਂ ਹੁੰਦੀਆਂ ਸੀ, ਉਹਨਾਂ ਤੋਂ ਵੀ ਜ਼ਿਆਦਾ ਮੈਂ 8th ਵਿੱਚ ਸੀਗਾ, ਫਿਰ ਵੀ ਮੇਰੇ ਨੰਬਰ ਜ਼ਿਆਦਾ ਹੁੰਦੇ ਸੀਗੇ ਕਿਉਂਕਿ ਮੈਨੂੰ ਇੰਟਰਸਟ ਬਹੁਤ ਸੀਗਾ ਇਹਨਾਂ ਚੀਜ਼ਾਂ ਦੇ ਵਿੱਚ। ਤਾਂ 10th ਤੱਕ ਤਾਂ ਮੇਰੀ ਪੜ੍ਹਾਈ ਸਕੂਲ ਦੇ ਵਿੱਚ ਚੱਲਦੀ ਰਹੀ। ਤਾਂ ਉਦੋਂ ਬਿਜ਼ੀ ਸ਼ੈਡਿਊਲ ਹੁੰਦਾ ਸੀ, 3 ਵਜੇ ਛੁੱਟੀ ਹੁੰਦੀ ਸੀ, ਉਸ ਤੋਂ ਬਾਅਦ ਅਸੀਂ ਘਰ ਛੋਟੇ-ਮੋਟੇ ਕੰਮ ਦੇ ਵਿੱਚ ਲੱਗ ਜਾਂਦੇ ਸੀਗੇ ਤੇ ਬਿਜ਼ੀ ਹੋ ਜਾਂਦੇ ਸੀਗੇ। ਲੇਕਿਨ ਜਦੋਂ ਕਾਲਜ ਦੀ ਵਾਰੀ ਆਈ ਤਾਂ ਕਾਲਜ ਦੇ ਵਿੱਚ ਸਾਡੀ 12:30 ਵਜੇ ਛੁੱਟੀ ਹੋ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਪਾਸ ਕਰਨਾ ਮੈਨੂੰ ਬਹੁਤ ਔਖਾ ਸੀ, ਬਹੁਤ ਜ਼ਿਆਦਾ ਮੇਰੇ ਲਈ ਟਾਈਮ ਪਾਸ। ਮੈਂ ਵਿਹਲਾ ਬਹਿ ਕੇ ਮੈਂ ਆਪਦਾ ਟਾਈਮ ਪਾਸ ਨਹੀਂ ਕਰ ਸਕਦਾ ਸੀ। ਮੈਨੂੰ ਸਾਰਾ ਦਿਨ ਖਾਣ ਨੂੰ ਆਉਂਦਾ ਸੀਗਾ। ਮੈਨੂੰ ਐਂ ਹੁੰਦਾ ਸੀ ਵੀ ਕੁਝ ਕਰੀਏ, ਕੀ ਕਰੀਏ। ਫਿਰ ਮੈਂ ਆਰਿਆ ਸਮਾਜ ਚੌਂਕ ਦੇ ਵਿੱਚ ਇੱਕ ਪਾਰਕ ਸੀਗਾ, ਮੈਂ ਉਹ ਪਾਰਕ ਦੀ ਦੇਖਭਾਲ ਸ਼ੁਰੂ ਕੀਤੀ, ਉੱਥੇ ਮੈਂ ਕਰਨ ਲੱਗ ਗਿਆ। ਤਾਂ ਹੌਲੀ ਹੌਲੀ ਜਿਹੜੀ ਤੁਸੀਂ ਨਾਮੀ ਸੰਸਥਾ ਕਹਿ ਰਹੇ ਹੈਗੇ ਹੋ, ਬਸ ਫਿਰ ਮੈਂ ਉਹਨਾਂ ਨਾਲ ਜੁੜ ਗਿਆ। ਲੇਕਿਨ ਜਦੋਂ ਮੈਂ ਵਿਚਾਰਾਂ ਦੀ ਦੇਖੋ ਇੱਕ ਆਪਣੇ ਜ਼ਰੂਰ ਹੁੰਦੀ ਹੈ, ਮੇਰੇ ਵਿਚਾਰ ਉਹਨਾਂ ਨਾਲ ਨਹੀਂ ਮਿਲੇ। ਜਦੋਂ ਮੈਂ ਉਹਨਾਂ ਨਾਲ ਰਹਿ ਕੇ ਕੰਮ ਕਰਨ ਲੱਗਿਆ ਤਾਂ ਮੈਂ ਦੇਖਿਆ ਵੀ ਜਿਹੜੀ ਉਹਨਾਂ ਦੀ ਭਾਵਨਾ, ਈਰਖਾ ਭਾਵਨਾ ਕੁਝ ਉਹਨਾਂ ਦੇ ਬੰਦਿਆਂ ਦੇ ਵਿੱਚ ਜਾਂ ਮੋਢੀਆਂ ਦੇ ਵਿੱਚ ਸੀਗੀ। ਤਾਂ ਈਰਖਾ ਭਾਵਨਾ ਦੇ ਨਾਲ ਕਦੀ ਆਪਾਂ ਕੋਈ ਕੰਮ ਨਹੀਂ ਕਰ ਸਕਦੇਗੇ। ਤਾਂ ਮੇਰਾ ਉੱਥੇ ਮਨ ਖਰਾਬ ਹੋਣ ਲੱਗ ਗਿਆ। ਫਿਰ ਮੈਂ ਉਹਨਾਂ ਨੂੰ ਛੱਡ ਕੇ ਹੌਲੀ ਹੌਲੀ ਮੈਂ ਸਾਈਡ ਤੇ ਹੋ ਗਿਆ। ਤੇ ਸਾਈਡ ਤੇ ਹੋਣ ਤੋਂ ਬਾਅਦ ਬਸ ਫਿਰ ਮੈਂ ਤੁਹਾਨੂੰ ਦੱਸਿਆ ਵੀ 2002 ਤੋਂ ਜਦੋਂ ਮੂੰਹ ਖੁਰ ਦੀ ਬਿਮਾਰੀ ਚੱਲੀ, ਫਿਰ ਅਸੀਂ ਆਪ ਖੁਦ ਆਪਦੇ ਲੈਵਲ ਦੇ ਉੱਤੇ ਜਿਹੜਾ ਹੈਗਾ ਸੇਵਾ ਸ਼ੁਰੂ ਕਰਤੀ ਸੀਗੀ। ਤੇ ਅਸੀਂ ਫਿਰ ਉਸ ਤੋਂ ਬਾਅਦ ਆਪਦਾ ਸੁਸਾਇਟੀ 2003 ਦੇ ਵਿੱਚ ਰਜਿਸਟਰਡ ਕਰਵਾ ਲਈ ਸੀ। ਅੱਛਾ, ਤੁਹਾਡਾ ਕਹਿੰਦਾ ਮਤਲਬ ਸੁਸਾਇਟੀ ਗਲਤ ਨਹੀਂ ਸੀ, ਕੁਝ ਲੋਕਾਂ ਕਰਕੇ? ਜੀ ਬਿਲਕੁਲ। ਤੇ ਤੁਸੀਂ ਦੇਖੋ ਸਾਡਾ ਟਾਰਗੇਟ ਇਹ ਵੀ ਨਹੀਂ ਸੀਗਾ ਵੀ ਜਿਵੇਂ ਆਪਣਾ ਕੋਈ ਕੰਪੀਟੀਸ਼ਨ ਜਾਂ ਈਰਖਾ। ਤਾਂ ਅਸੀਂ ਸਪੈਸ਼ਲ ਇਸ ਤਰ੍ਹਾਂ ਦਾ ਨਾਮ ਚੁਣਿਆ ਕਿ ਜਿਹੜਾ ਕਿਸੇ ਨਾਲ ਮੈਚ ਨਾ ਕਰਦਾ ਹੋਵੇ, ਵੀ ਤਾਂ ਕਿ ਕਿਸੇ ਦੇ ਮਨ ਦੇ ਵਿੱਚ ਇਹ ਚੀਜ਼ ਨਾ ਆਵੇ ਵੀ ਸਾਡਾ ਕ੍ਰੈਡਿਟ ਲੈ ਰਹੇ ਆ। ਠੀਕ ਹੈ। ਹੁਣ ਸੰਸਥਾਵਾਂ ਤਾਂ ਬਹੁਤ ਵੀ ਇੰਨੀਆਂ ਸੰਸਥਾਵਾਂ ਹੈਗੀਆਂ, ਅਸੀਂ ਉਹਨਾਂ ਦੇ ਨਾਲ ਮਿਲਦਾ ਜੁਲਦਾ ਨਾਮ ਵੀ ਰੱਖ ਸਕਦੇ ਸੀਗੇ। ਅਕਸਰ ਅਸੀਂ ਦੇਖਦੇ ਹੈਗੇ ਵੀ ਇੱਕ ਸੰਸਥਾ ਬਣਦੀ ਹੈ, ਉਹਦੇ ਅੱਗੇ ਨਿਊ ਲਿਖ ਕੇ ਜਾਂ ਕੁਝ ਹੋਰ ਰੱਖ ਕੇ ਮਾੜਾ ਮੋਟਾ ਚੇਂਜ ਕਰਕੇ, ਜੇ ਕੋਈ ਵੈਲਫੇਅਰ ਸੁਸਾਇਟੀ ਹੈ ਤਾਂ ਅਗਲਾ ਵੈਲਫੇਅਰ ਕਲੱਬ ਲਿਖ ਲੈਂਦਾ ਹੈਗਾ। ਤੇ ਨਾਮ ਮਿਲਦਾ ਜੁਲਦਾ ਹੁੰਦਾ ਤਾਂ ਉਹ ਲੋਕਾਂ ਨੂੰ ਭੁਲੇਖਾ ਪੈਂਦਾ ਹੈਗਾ। ਤਾਂ ਉਹ ਕੀ ਹੈ ਵੀ ਕੋ ਨੇਮ ਫੇਮ ਵਾਸਤੇ ਕੰਮ ਕਰਨ ਵਾਲੇ ਜਿਹੜੇ ਹੁੰਦੇ ਆ, ਸਾਡੇ ਮਨ ਦੇ ਵਿੱਚ ਸ਼ੁਰੂ ਤੋਂ ਇਹ ਸੀਗਾ ਵੀ ਅਸੀਂ ਇਸ ਤਰ੍ਹਾਂ ਦਾ ਨਾਮ ਰੱਖਣਾ ਹੈ ਵੀ ਲੋਕਾਂ ਨੂੰ ਲੱਗੇ ਵੀ ਇੱਕ ਅਜੀਬ ਜੀ ਮਤਲਬ ਨਵੀਂ ਚੀਜ਼ ਹੈਗੀ, ਹਰ ਇੱਕ ਨੂੰ ਪਤਾ ਲੱਗੇ ਵੀ ਇਹ ਨਵੀਂ ਹੈ ਤੇ ਅੱਡ ਹੈ। ਠੀਕ ਹੈ। ਸਮਾਜ ਸੇਵਾ ਇੱਕ ਨਾ ਅੱਜ ਕੱਲ ਮਤਲਬ ਲੋਕ ਕਹਿੰਦੇ ਕਿ ਧੰਦਾ ਬਣ ਚੁੱਕਿਆ। ਜੀ ਬਿਲਕੁਲ। ਹਨਾ? ਤੇ ਸਮਾਜ ਸੇਵੀ ਜਿਹੜੇ ਹੁੰਦੇ ਉਹ ਘਪਲਾ ਵੀ ਬਹੁਤ ਕਰਦੇ ਆ। ਜੀ ਬਿਲਕੁਲ। ਲੋਕ ਕਈ ਤਰ੍ਹਾਂ ਦੀ ਗੱਲਾਂ ਕਰਦੇ ਆ, ਉਹ ਕਿਉਂ ਇਦਾਂ ਦਾ, ਕਿੰਨੀ ਕੁ ਸੱਚਾਈ ਹੈ ਇਸ ਚ? ਜੀ ਦੇਖੋ, ਦੋਸ਼ ਤਾਂ ਕੋਈ ਲੱਗਿਆ ਨਹੀਂ, ਗੱਲਾਂ ਕਰਨ ਨੂੰ ਕਿਸੇ ਨੂੰ ਰੋਕ ਨਹੀਂ ਸਕਦੇ, ਗੱਲਾਂ ਜ਼ਰੂਰ ਹੁੰਦੀਆਂ ਹੈਗੀਆਂ। ਉਹਦਾ ਕਾਰਨ ਵੀ ਕੀ ਹੈ ਵੀ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਵੀ ਚਾਹੇ ਸਾਡਾ ਆਪਣਾ ਬਠਿੰਡਾ ਇਲਾਕਾ ਹੈ, ਚਾਹੇ ਕੋਈ ਬਠਿੰਡੇ ਤੋਂ ਇਲਾਵਾ ਹੋਰ ਕੋਈ ਹੈਗਾ, ਤਾਂ ਉਹ ਨਾ ਬਾਅਦ ਚੋਂ ਪਤਾ ਲੱਗਦਾ ਹੈਗਾ ਵੀ ਦਿਨਾਂ ਦੇ ਵਿੱਚ ਹੀ ਬੰਦੇ ਨੇ ਇੰਡੈਵਰ ਗੱਡੀ ਕਢਾ ਲਈ, ਥਾਰ ਕਢਾ ਲਈ। ਤਾਂ ਉਹ ਲੋਕਾਂ ਨੂੰ ਫਿਰ ਜ਼ਰੂਰ ਇਹ ਹੁੰਦਾ ਹੈਗਾ ਵੀ ਜਿਹਦੇ ਕੋਲ ਆਪਦੇ ਪਹਿਲਾਂ ਮੋਟਰਸਾਈਕਲ ਵਗੈਰਾ ਨਹੀਂ ਸੀ, ਉਹ 4 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਇੰਨੀ ਤਰੱਕੀ ਕਿਵੇਂ ਕਰ ਗਿਆ, ਕਿਉਂਕਿ ਉਹਦੇ ਇਨਕਮ ਦੇ ਜਿਹੜੇ ਸੋਰਸ ਹੈਗੇ ਆ ਉਹ ਦਿਖ ਨਹੀਂ ਰਹੇ ਹੁੰਦੇ ਵੀ ਇਹ ਹੋਰ ਕੋਈ ਕੰਮ ਧੰਦਾ ਤਾਂ ਕੁਝ ਕਰ ਨਹੀਂ ਰਿਹਾ ਨਾਲ। ਤਾਂ ਅਚਾਨਕ ਸੁਸਾਇਟੀ ਤੋਂ ਬਾਅਦ ਇਹਦਾ ਇਸ ਤਰ੍ਹਾਂ ਦਾ ਕਿਉਂ ਹੋ ਗਿਆ? ਉਸ ਤੋਂ ਬਾਅਦ ਲੋਕਾਂ ਦਾ ਸ਼ੱਕ ਯਕੀਨ ਦੇ ਵਿੱਚ ਉਦੋਂ ਬਦਲ ਜਾਂਦਾ ਹੈਗਾ ਜਦੋਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਫੜੇ ਜਾਂਦੇ ਹੈਗੇ ਆ। ਦੇਖੋ, ਇਸ ਤਰ੍ਹਾਂ ਦੇ 2-4 ਲੋਕ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ, ਹੁੰਦੇ ਹੀ ਹੁੰਦੇ ਹੈਗੇ, ਕਾਲੀਆਂ ਭੇਡਾਂ ਵਿੱਚ ਹੁੰਦੀਆਂ ਹੀ ਹੈ। ਸਾਨੂੰ ਜ਼ਰੂਰ ਉਹਦਾ ਜਿਹੜਾ ਹੈਗਾ ਨੁਕਸਾਨ ਝੱਲਣਾ ਪੈਂਦਾ ਹੈਗਾ। ਠੀਕ ਹੈ ਜੀ। ਸਾਡਾ ਵੀ ਬਦਨਾਮੀ ਹੁੰਦੀ ਹੈ ਸੰਸਥਾਵਾਂ ਦੀ, ਸਾਨੂੰ ਵੀ ਅਫਸੋਸ ਹੁੰਦਾ ਵੀ ਯਾਰ ਵੀ ਇਸ ਤਰ੍ਹਾਂ ਕਿਉਂ, NGO ਦੇ ਨਾਮ ਦੇ ਉੱਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ। ਲੇਕਿਨ ਦੇਖੋ, ਇਸ ਚੀਜ਼ ਨੂੰ ਕੋਈ ਰੋਕ ਨਹੀਂ ਸਕਦਾ, ਇਹਦਾ ਚੱਲਦਾ ਹੀ ਹੈ। ਬਿਲਕੁਲ। ਲੋਕ ਨਾ ਕੰਮ ਕਰਨਾ ਚਾਹ ਰਹੇ ਸਮਾਜ ਸੇਵੀ ਸੰਸਥਾਵਾਂ 'ਚ, ਹਜ਼ਾਰਾਂ ਦੀਆਂ ਗਿਣਤੀ ਹੈ, ਪਰ ਲੇਕਿਨ ਉਹ ਇੱਕ ਸੁਸਾਇਟੀ ਕਿਉਂ ਨਹੀਂ ਬਣਾ ਲੈਂਦੇ ਵੀ ਇੱਕ ਵੱਡੀ ਸੁਸਾਇਟੀ ਤੇ ਲੋਕ ਉਹਦੇ 'ਚ ਹੀ ਹੋਣ ਤੇ ਜੋ ਡਿਸੀਜਨ ਲੈਣ ਨਾ ਉਹ ਇਕੱਠੇ ਲੈਣ, ਵੀ ਇਦਾਂ ਨਾ ਹੋਣ ਕਿ ਘਪਲਾ ਹੋ ਰਿਹਾ। ਜੇ ਘਪਲਾ ਹੋਊਗਾ ਤਾਂ ਪੂਰੀ ਕਰੂਗੀ ਹੈ ਨਾ ਸੁਸਾਇਟੀ। ਤਾਂ ਇਹਦੇ ਬਾਰੇ ਕੀ ਕਹਿਣਾ? ਜੀ ਬਿਲਕੁਲ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵੀ ਜਿਵੇਂ ਤੁਸੀਂ ਮੈਨੂੰ ਪੁੱਛਿਆ ਸੀਗਾ ਵੀ ਨਾਮੀ ਸੰਸਥਾ ਤੋਂ ਅੱਡ ਹੋਣ ਦਾ ਕਾਰਨ, ਕਿਤੇ ਨਾ ਕਿਤੇ ਸਾਡੇ ਵਿਚਾਰਿਕ ਮਤਭੇਦ ਹੁੰਦੇ ਆ ਜਿਹਦੇ ਕਰਕੇ ਲੋਕ ਜਿਹੜੇ ਹੈਗੇ ਆ ਉਹ ਕੁਝ ਆਪਦੇ ਸਟਾਈਲ ਨਾਲ ਕੰਮ ਕਰਨਾ ਚਾਹੁੰਦੇ ਆ। ਤਾਂ ਉਹਨਾਂ ਨੂੰ ਫਿਰ ਆਪਦੇ ਸਟਾਈਲ ਦੇ ਨਾਲ ਕੰਮ ਕਰਨ ਵਾਲੇ 5-7-10 ਬੰਦੇ 20 ਬੰਦੇ ਜੋੜ ਕੇ ਤੇ ਉਹ ਆਪਦੀ ਅਲੱਗ ਸੰਸਥਾ ਬਣਾ ਲੈਂਦੇ ਹੈਗੇ ਆ। ਹਰ ਇੱਕ ਦਾ ਸਟਾਈਲ ਆਪਦਾ ਵੱਖਰਾ ਹੈਗਾ। ਤਾਂ ਬਸ ਇਹ ਇੱਕ ਪ੍ਰੋਬਲਮ ਜ਼ਰੂਰ ਹੈਗੀ ਹੈ ਵੀ ਜਿਹਦੇ ਨਾਲ ਸੰਸਥਾਵਾਂ ਦੀ ਗਿਣਤੀ ਵੀ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ। ਬਾਕੀ ਇੱਕ ਇਹਦੇ ਵਿੱਚ ਦੇਖੋ ਇੱਕ ਚੁਭਵੀਂ ਤੇ ਸੱਚੀ ਗੱਲ ਇਹ ਵੀ ਹੈਗੀ ਹੈ ਵੀ ਲੋਕ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਮੇਰੇ ਤੋਂ ਕੁਐਸਚਨ ਪੁੱਛਿਆ ਸੀ ਵੀ ਪ੍ਰਧਾਨਗੀ ਦਾ ਚੱਕਰ, ਜੇ ਇੱਕ ਸੰਸਥਾ ਦੇ ਅੰਡਰ ਆ ਜਾਣਗੇ ਫਿਰ ਪ੍ਰਧਾਨ ਤਾਂ ਇੱਕੋ ਹੀ ਰਹੂਗਾ,
ਜੇ 50 ਜਣੇ ਆਪਦੀ ਆਡਰ ਸੰਸਥਾਵਾਂ ਬਣਾ ਲੈਣਗੇ ਤਾਂ 50 ਪ੍ਰਧਾਨ ਬਣ ਜਾਣਗੇ ਤੇ 50 ਸੈਕਟਰੀ ਬਣ ਜਾਣਗੇ। ਤਾਂ ਜਿਹੜੇ ਨੂੰ ਇਸ ਚੀਜ਼ ਦੀ ਹੈਗੀ ਆ ਉਹ ਫਿਰ ਉਹ ਆਪਦਾ ਅੱਡ ਕਰ ਲੈਂਦਾ ਜੀ। ਹਾਂਜੀ ਇਹ ਵੀ ਹੈ। ਜਿਹੜੀ ਤੁਹਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਕਿੰਨੇ ਲੋਕ ਜੁੜੇ ਹੋਏ ਆ ਤੁਹਾਡੇ ਨਾਲ? ਇਹਦੇ ਵਿੱਚ ਜੀ ਦੇਖੋ ਇਨਡਾਇਰੈਕਟਲੀ ਤੌਰ ਤੇ ਤਾਂ ਸਾਰਾ ਸ਼ਹਿਰ ਹੀ ਜੁੜਿਆ ਹੋਇਆ ਹੈ, ਕਿਉਂਕਿ ਤੁਸੀਂ ਸਾਡੀ ਸੰਸਥਾ ਦੇ ਪ੍ਰੋਜੈਕਟ ਦੇਖੇ ਹੋਣੇ ਆ ਵੀ ਸ਼ੁਰੂ ਤੋਂ ਚਾਹੇ ਪ੍ਰਸ਼ਾਸਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਵੱਡਾ ਪ੍ਰੋਜੈਕਟ ਰਿਹਾ ਹੈਗਾ। ਪਹਿਲਾਂ ਜਦੋਂ ਕਰਫਿਊ ਲੱਗੇ ਹੈਗੇ ਆ ਉਦੋਂ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਸਾਡੀ ਸੰਸਥਾ ਨੂੰ ਮਿਲੀ ਸੀਗੀ। ਉਸ ਤੋਂ ਬਾਅਦ ਜਦੋਂ ਕਰੋਨਾ ਦਾ ਐਡੀ ਵੱਡੀ ਮਹਾਮਾਰੀ ਆਈ ਸੀ ਤਾਂ ਜਿੰਨੇ ਵੀ ਸਰਕਾਰੀ CCC ਯਾਨੀ ਕਰੋਨਾ ਕੇਅਰ ਸੈਂਟਰ ਸੀਗੇ ਉਹਦੇ ਵਿੱਚ ਵੀ ਜਿਹੜੀ ਪ੍ਰਸ਼ਾਸਨ ਵੱਲੋਂ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਕੋਲ ਮੈਨ ਪਾਵਰ ਬਹੁਤ ਵੱਡੀ ਹੈ ਵੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਹੈਂਡਲ ਕਰ ਸਕਦੇ ਆ। ਬੱਚੇ ਸਾਡੇ ਨਾਲ ਜਿਹੜੇ ਯੰਗ ਮੁੰਡੇ ਜੁੜੇ ਹੋਏ ਆ ਉਹ ਪੜ੍ਹੇ ਲਿਖੇ ਚੰਗੇ ਘਰਾਂ ਤੋਂ ਹੈ, ਉਹ ਗੱਲ ਨੂੰ ਸਮਝਦੇ ਆ, ਉਹਨਾਂ ਦੀ ਅੰਡਰਸਟੈਂਡਿੰਗ ਹੈ, ਉਹਨਾਂ ਨੂੰ ਕੋਈ ਲਾਲਚ ਨਹੀਂ ਕਿਉਂਕਿ ਸਾਡੇ ਕੋਲ ਕੋਈ ਪੇਡ ਵਰਕਰ ਨਹੀਂ ਹੈਗਾ। ਉਹ ਵਲੰਟਰਲੀ ਕੰਮ ਕਰਨਾ ਚਾਹੁੰਦੇ ਤੇ ਜਿਹੜੀ ਸੱਚੀ ਸੇਵਾ ਹੈਗੀ ਆ ਉਹ ਵਲੰਟਰਲੀ ਵਾਲੇ ਜ਼ਿਆਦਾ ਦੇ ਸਕਦੇ ਆ, ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਹੁੰਦਾ। ਉਹ ਆਪਦੇ ਜਦੋਂ ਵੀ ਕੋਈ ਆਪਦੇ ਸਰਵਿਸ ਤੋਂ ਆਪਦੇ ਕੋਈ ਜੌਬ ਤੋਂ ਜਾਂ ਆਪਦੇ ਬਿਜ਼ਨਸ ਚੋਂ ਜਿਵੇਂ ਜਿਹੜਾ ਕੋਈ ਫ੍ਰੀ ਹੁੰਦਾ ਹੈ ਉਸ ਤਰ੍ਹਾਂ ਸਾਡੇ ਕੋਲ ਇੱਥੇ ਟਾਈਮ ਦੇ ਕੇ ਸੇਵਾ ਕਰ ਰਿਹਾ ਜੀ। ਠੀਕ ਹੈ। ਤੇ ਹੁਣ ਜੇ ਹਸਪੀਟਲ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਹਾਲ ਬਹੁਤ ਬੁਰਾ ਹੈ, ਪਹਿਲਾਂ ਵੀ ਸੀਗਾ ਤੇ ਹੁਣ ਵੀ। ਤੇ ਫ੍ਰੀ ਇਲਾਜ ਦੀ ਗੱਲ ਕੀਤੀ ਜਾ ਰਹੀ ਸੀ ਹਨਾ, ਕਿੰਨਾ ਕੁ ਫ੍ਰੀ ਇਲਾਜ ਮਿਲ ਰਿਹਾ? ਨਹੀਂ ਅਸੀਂ ਮੇਰਾ ਸੁਭਾਅ ਵੀ ਥੋੜਾ ਜਿਹਾ ਇਹੀ ਚੱਕਰਾਂ ਦੇ ਕਰਕੇ ਵੀ ਲੋਕਾਂ ਦੇ ਵਿੱਚ ਇਹ ਚੀਜ਼ ਜ਼ਰੂਰ ਜਾ ਵੜੀ ਹੈ ਵੀ ਮੇਰਾ ਜਿਹੜਾ ਸੁਭਾਅ ਹੈਗਾ ਉਹ ਬੜਾ ਰੁੱਖਾ ਸੁਭਾਅ ਹੈ। ਉਹ ਰੁੱਖੇ ਦਾ ਮਤਲਬ ਇਹ ਹੈ ਵੀ ਅਸੀਂ ਸਿਸਟਮ ਦੇ ਨਾਲ ਨਾ ਲੜਦੇ ਹਾਂ ਜੀ। ਸਾਨੂੰ ਆਪਦੇ ਨੰਬਰ ਬਣਾਉਣ ਦੀ ਨਹੀਂ ਪਈ। ਜਿਵੇਂ ਨੰਬਰ ਬਣਾਉਣੇ ਹੁੰਦੇ ਤਾਂ ਸਾਡਾ ਤੁਸੀਂ ਮੀਡੀਆ ਵਾਲੇ ਵੀ ਦੇਖਦੇ ਵੀ ਅਸੀਂ ਕਦੀ ਕਿਹੜੇ ਅਫਸਰ ਨੂੰ ਜਾ ਕੇ ਫੁੱਲਾਂ ਦਾ ਬੁਕੇ ਭੇਟ ਕਰਤਾ, ਕਦੀ ਕਿਹੜੇ ਅਫਸਰ ਨੂੰ ਭੇਟ ਕਰਤਾ। ਤੇ ਤੁਸੀਂ ਯਕੀਨ ਕਰੋ ਵੀ 4 ਕਦਮਾਂ ਦੀ ਦੂਰੀ ਤੇ ਕਤਵਾਲੀ ਹੈ। ਇੱਥੇ 2-2 3-3 ਸਾਲ SHO ਰਹਿ ਕੇ ਬਦਲ ਜਾਂਦੇ ਤੇ ਮੈਨੂੰ ਉਹਨਾਂ ਦੀ ਸ਼ਕਲ ਵੀ ਨਹੀਂ ਪਤਾ ਹੁੰਦੀ ਵੀ ਕੌਣ ਹੈ। ਨਾ ਮੈਂ ਕਦੀ SSP ਨੂੰ ਮਿਲਿਆ, ਨਾ ਮੈਂ ਕਦੀ DC ਨੂੰ ਮਿਲਿਆ, ਕਿਉਂਕਿ ਸਾਨੂੰ ਇਹ ਹੈ ਵੀ ਅਫਸਰ ਨੇ ਤਾਂ ਆਉਣਾ ਹੈ ਤੇ ਜਾਣਾ ਹੈ। ਸਾਡਾ ਮੋਟਿਵ ਤਾਂ ਅਸੀਂ ਤਾਂ ਲੋਕਾਂ ਨੂੰ ਲੈ ਕੇ ਚੱਲੇ ਸੀ ਆਪਦੇ ਸ਼ਹਿਰ ਨੂੰ ਵੀ ਇਹਨਾਂ ਦੀ ਸਮੱਸਿਆਵਾਂ ਕਿਵੇਂ ਘੱਟ ਕੀਤੀਆਂ ਜਾ ਸਕਦੀਆਂ, ਕਿਵੇਂ ਲੋੜਵੰਦਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਤਾਂ ਸਰਕਾਰੀ ਹਸਪੀਟਲ ਦੇ ਖਿਲਾਫ ਜਿੰਨਾ ਡੀਪਲੀ ਅਸੀਂ ਲੜਾਈ ਲੜੀ ਹੈ ਉਹ ਕਿਸੇ ਨੇ ਵੀ ਨਹੀਂ ਲੜੀ ਹੋਈ। ਤੇ ਜਿੰਨਾ ਅਸੀਂ ਇਹਦੇ 'ਚ ਸੁਧਾਰ ਕਰਾਉਣ ਦੇ ਵਿੱਚ ਵੀ ਸਾਡੀ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਰਿਹਾ। ਮੈਂ ਬੜੇ ਇਹਨਾਂ ਦੇ ਖਿਲਾਫ ਕੰਪਲੇਂਟਾਂ ਪਾਈਆਂ, ਕੇਸ ਪਾਏ ਹੈ ਤੇ ਬੜਿਆਂ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਉਹ ਹਾਸਲ ਵੀ ਹੋਈ ਹੈਗੀ ਹੈ ਕਾਮਯਾਬੀ। ਬੜਾ ਬੁਰਾ ਹਾਲ ਸੀ ਇੱਥੇ, ਕੋਈ ਐਕਸੀਡੈਂਟ ਅਸੀਂ ਕੇਸ ਚੱਕ ਕੇ ਲੈ ਕੇ ਆਂਦੇ, ਕੋਈ ਇਹਨਾਂ ਦੀ ਉਦ ਸੁਧ ਲੈਣ ਵਾਲਾ ਨਹੀਂ ਹੁੰਦਾ ਸੀਗਾ। ਡਾਕਟਰ ਸਾਨੂੰ ਹੀ ਕਹਿੰਦੇ ਸੀਗੇ ਵੀ ਤੁਸੀਂ ਇਹਨਾਂ ਦੇ ਜਿਹੜਾ ਟ੍ਰੀਟਮੈਂਟ ਕਰਵਾਓ, ਸਾਰਾ ਇਹਦੇ ਟੈਸਟ ਕਰਵਾਓ, ਇਹਦੀ ਫਾਈਲ ਬਣਵਾਓ। ਤਾਂ ਸਾਨੂੰ ਇਹ ਸੀਗਾ ਵੀ ਅਸੀਂ ਤਾਂ ਚਲੋ ਸੇਵਾ ਕਰਦੇ, ਸਾਡੇ ਲਈ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਹੈ। ਲੇਕਿਨ ਜੇ ਕੋਈ ਆਮ ਬੰਦਾ, ਕੋਈ ਹੋਰ ਥਰਡ ਪਰਸਨ, ਮੰਨ ਲਓ ਤੁਸੀਂ ਜਾ ਰਹੇ ਹੋ ਕਿਸੇ ਪ੍ਰੋਗਰਾਮ ਤੋਂ ਆ ਰਹੇ ਹੋ, ਤੁਹਾਨੂੰ ਕੋਈ ਰਸਤੇ 'ਚ ਇੰਜਰਡ ਮਿਲ ਜਾਂਦਾ, ਜਦੋਂ ਤੁਹਾਡੇ ਨਾਲ ਸਰਕਾਰੀ ਹਸਪਤਾਲ 'ਚ ਇਸ ਤਰ੍ਹਾਂ ਦਾ ਟ੍ਰੀਟ ਹੋਊਗਾ ਤਾਂ ਤੁਸੀਂ ਇਨ ਫਿਊਚਰ ਕਦੀ ਵੀ ਦੁਬਾਰਾ ਇੰਜਰਡ ਨਹੀਂ ਚੱਕੋਗੇ। ਬਿਲਕੁਲ। ਨੁਕਸਾਨ ਕਿਸ ਨੂੰ ਹੋਊਗਾ? ਸਾਡੇ ਲੋਕਾਂ ਨੂੰ ਹੋਊਗਾ ਜਿਹੜੇ ਸੜਕਾਂ ਤੇ ਪਏ ਮਰ ਜਾਣਗੇ। ਅਸੀਂ ਉਸ ਚੀਜ਼ ਦੀ ਲੜਾਈ ਲੜੀ, 4 ਸਾਲ ਕੇਸ ਚੱਲਿਆ। ਅਸੀਂ ਲਿਖਤੀ ਜਿਹੜਾ ਉਹਦੇ 'ਚ ਫੈਸਲੇ ਕਰਵਾਏ ਵੀ ਕੋਈ ਵੀ ਬੰਦਾ ਜਿਹੜਾ ਹਸਪਤਾਲ ਦੇ ਵਿੱਚ ਕਿਸੇ ਨੂੰ ਲੈ ਕੇ ਆਂਦਾ ਹੈਗਾ ਪੇਸ਼ੈਂਟ ਨੂੰ ਜਾਂ ਸੜਕ ਤੇ ਡਿੱਗੇ ਨੂੰ, ਤਾਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਵੀ ਉਹ ਐਕਸਰੇ ਕਰਾਵੇ ਜਾਂ ਉਹ ਦਵਾਈਆਂ ਲੈ ਕੇ ਆਵੇ। ਠੀਕ ਹੈ। ਸਰਕਾਰੀ ਹਸਪਤਾਲ ਦਾ ਸਿਸਟਮ ਇੰਨਾ ਕੁ ਮਾੜਾ ਹੈ, ਤੁਸੀਂ ਅੱਜ ਵੀ ਚਲੇ ਜਾਓ ਹਸਪਤਾਲ ਦੇ ਵਿੱਚ ਪੀਣ ਦਾ ਪਾਣੀ ਹੈ ਨਹੀਂਗਾ, ਇਲਾਜ ਤਾਂ ਬਹੁਤ ਦੂਰ ਦੀਆਂ ਗੱਲਾਂ ਹੈ। ਅੱਛਾ। ਜਦੋਂ ਇਹ 1970-72 ਵੇਲੇ ਦੀਆਂ ਗੱਲਾਂ, ਜਦੋਂ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਣਿਆ ਸੀਗਾ, ਉਦੋਂ ਇੱਥੇ 20,000 ਲੀਟਰ ਕਪੈਸਿਟੀ ਦੀ ਇੱਕ ਪਾਣੀ ਦੀ ਟੰਕੀ ਬਣੀ ਸੀਗੀ। ਉਦੋਂ ਬਹੁਤ ਛੋਟਾ ਜਿਹਾ ਕੰਮ ਹੁੰਦਾ ਸੀ, ਆਬਾਦੀ ਵੀ ਬਹੁਤ ਘੱਟ ਸੀ। ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਾਂ ਬਣ ਗਈਆਂ, ਨਰਸਿੰਗ ਕਾਲਜ ਬਣ ਗਏ, ਨਵੀਂ OPD ਬਣ ਗਈ, ਹੋਰ ਬਹੁਤ ਸਾਰੇ ਸੈਂਟਰ ਬਣ ਗਏ, ਪਿੱਛੇ ਮੈਕਸ ਹਸਪੀਟਲ ਬਣ ਗਿਆ। ਲੇਕਿਨ ਇਹਨਾਂ ਕੋਲ ਉਹੀ 20,000 ਲੀਟਰ ਪਾਣੀ ਦੀ ਜਿਹੜੀ ਹੈਗੀ ਹੈ ਕਪੈਸਿਟੀ ਹੈ, ਜਦੋਂ ਕਿ ਜਿਹੜਾ ਇੱਥੇ ਘੱਟੋ ਘੱਟ 1 ਲੱਖ ਲੀਟਰ ਪਾਣੀ ਦੀ ਕਪੈਸਿਟੀ ਚਾਹੀਦੀ ਹੈਗੀ ਹੈ। ਜਿਹੜਾ ਇਹਨਾਂ ਕੋਲ ਪਾਣੀ ਹੈਗਾ ਉਹ ਤਾਂ ਸਵੇਰੇ 10-11 ਵਜੇ ਖਤਮ ਹੋ ਜਾਂਦਾ ਹੈ। 10-11 ਵਜੇ ਜਿਹੜੇ ਉੱਥੇ ਵਾਟਰ ਕੂਲਰ ਲੱਗੇ ਆ, ਦਾਨੀ ਸੱਜਣਾ ਦੇ ਦਿੱਤੇ ਹੈਗੇ ਆ, ਉਹ ਵਾਟਰ ਕੂਲਰ ਦੇ ਵਿੱਚ ਵੀ ਪਾਣੀ ਨਹੀਂ ਰਹਿੰਦਾ, ਕਿਉਂਕਿ ਜਦੋਂ ਪਿੱਛੇ ਟੰਕੀ 'ਚ ਹੀ ਖਤਮ ਹੋ ਗਿਆ ਵਾਟਰ ਬਾਕਸ ਦੀ, ਤਾਂ ਫਿਰ ਉਹਦੇ ਵਿੱਚ ਕਿਵੇਂ ਆਊਗਾ? ਤਾਂ ਲੋਕਾਂ ਨੂੰ ਮਜਬੂਰੀ ਦੇ ਵਿੱਚ 20-20 ਰੁਪਏ ਦੀ ਬੋਤਲ ਖਰੀਦਣੀ ਪੈਂਦੀ ਹੈ ਜਿਹੜੀਆਂ ਅੰਦਰ ਕੰਟੀਨਾਂ ਹੈਗੀਆਂ। ਇਹ ਅਸੀਂ ਐਂ ਵੀ ਕਹਿ ਸਕਦੇ ਹਾਂ ਵੀ ਪੁਰਾਣੇ ਸਿਸਟਮ ਦਾ ਸਾਰੀ ਮਿਲੀ ਭੁਗਤ ਹੈ ਵੀ ਉੱਪਰ ਤੱਕ ਜਿਹੜਾ ਹੈਗਾ ਤੰਗ ਪਰੇਸ਼ਾਨ ਲੋਕਾਂ ਨੂੰ ਕੀਤਾ ਜਾਂਦਾ ਹੈ। ਜਿਹੜੇ ਵਹੀਕਲ ਦੇ ਉੱਥੇ ਪਾਰਕਿੰਗ ਦੇ ਪੈਸੇ ਲਿੱਤੇ ਜਾਂਦੇ ਆ, ਗਰੀਬ ਲੋਕ ਉੱਥੇ ਜ਼ਿਆਦਾ ਆਉਂਦੇ ਆ, ਕਿਉਂਕਿ ਹਰ ਇੱਕ ਨੂੰ ਐਂ ਹੁੰਦਾ ਹੈਗਾ ਵੀ ਸਾਡਾ ਸਸਤੇ 'ਚ ਤੇ ਵਧੀਆ ਇਲਾਜ ਹੋ ਜੇ। ਲੇਕਿਨ ਇੱਥੇ ਲੋਕ ਨਿਰਾਸ਼ ਹੋ ਕੇ ਜ਼ਿਆਦਾ ਜਾਂਦੇ ਆ। ਠੀਕ ਹੈ। ਜਿਹੜਾ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਂਦਾ ਨਾ ਉਹ ਗਰੀਬ ਹੀ ਹੁੰਦਾ। ਕਿੰਨੀ ਕੁ ਸੱਚਾਈ ਹੈ ਕਿ ਅਮੀਰ ਲੋਕ ਨਹੀਂ ਆਉਂਦੇ ਸਰਕਾਰੀ 'ਚ? ਇਹ ਜਮਾਂ ਸਹੀ ਗੱਲ ਹੈ ਜੀ। ਅਸਲ 'ਚ ਜਿਹੜੇ ਹਸਪਤਾਲ ਬਣੇ ਸੀ ਇਹ ਸੀ ਤਾਂ ਇਸ ਤਰ੍ਹਾਂ
ਵੀ ਇਹਦੇ ਵਿੱਚ ਗਰੀਬ ਵੀ ਆਵੇ ਤੇ ਅਮੀਰ ਵੀ ਆਵੇ, ਲੇਕਿਨ ਜਿਹੜੇ ਇੱਥੇ ਗਰੀਬ ਲੋਕ ਆਉਂਦੇ ਹੈਗੇ ਆ ਉਹਨਾਂ ਨੂੰ VVIP ਟ੍ਰੀਟਮੈਂਟ ਨਹੀਂ ਮਿਲਦਾ। ਠੀਕ ਹੈ। ਜਿਹੜੇ ਇੱਥੇ ਅਮੀਰ ਲੋਕ ਆਉਂਦੇ ਆ, ਇੱਥੇ ਸਪੈਸ਼ਲ ਰੂਮ ਬਣਿਆ ਹੋਇਆ ਜਿਹਦੇ 'ਚ AC ਵੀ ਲੱਗਿਆ ਹੋਇਆ, ਸਿਵਲ ਹਸਪਤਾਲ ਬਠਿੰਡਾ ਦੀ ਗੱਲ ਕਰ ਰਿਹਾ ਮੈਂ, ਲੇਕਿਨ ਉਹਦਾ ਡੇਲੀ ਦਾ ਖਰਚਾ 1500 ਰੁਪਏ ਇੱਕ ਦਿਨ ਦਾ ਹੈ। ਤਾਂ ਤੁਸੀਂ ਆਪ ਸੋਚੋ ਵੀ ਇੱਕ ਗਰੀਬ ਬੰਦਾ 1500 ਰੁਪਏ ਕਿਵੇਂ ਦੇ ਪਾਊਗਾ। ਜੇ ਉਹ ਬੰਦਾ ਅਮੀਰ ਹੈ ਉਹ ਤਾਂ ਹੀ ਦੇ ਪਾਊਗਾ, ਜੇ ਗਰੀਬ ਬੰਦਾ ਤਾਂ ਉਸਨੂੰ ਜਨਰਲ ਵਾਰਡ ਦੇ ਵਿੱਚ ਹੀ ਰਹਿਣਾ ਪਊਗਾ ਜਿੱਥੇ ਕਮਰੇ ਦੇ ਕੋਈ ਚਾਰजेस ਨਹੀਂ ਹੈਗੇ ਆ। ਲੇਕਿਨ ਉਹ ਸੁਵਿਧਾਵਾਂ ਜਿਹੜੀਆਂ ਹੈਗੀਆਂ VVIP ਟ੍ਰੀਟਮੈਂਟ ਹੈਗਾ ਉਹ ਸਿਰਫ ਇੱਥੇ ਅਮੀਰ ਲੋਕਾਂ ਵਾਸਤੇ ਹੀ ਹੈ। ਸਰਕਾਰੀ ਹਸਪਤਾਲ ਵੀ ਅਮੀਰ ਲੋਕਾਂ ਵਾਸਤੇ ਹੈ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉਹ ਵੀ ਅਮੀਰ ਲੋਕਾਂ ਵਾਸਤੇ ਹੈ। ਐਕਚੁਅਲ ਦੇ ਵਿੱਚ ਇਹ ਹੋਣਾ ਸਭ ਲਈ ਚਾਹੀਦਾ ਸੀਗਾ, ਸਾਂਝਾ ਹਸਪਤਾਲ ਹੋਣਾ ਚਾਹੀਦਾ ਸੀ। ਜਨਤਾ ਦੇ ਹਸਪਤਾਲ ਹੁੰਦੇ ਆ, ਇਹ ਜਨਤਾ ਦੇ ਟੈਕਸ ਦੇ ਨਾਲ ਚੱਲਦੇ ਆ। ਮੇਰੇ ਵਰਗਾ ਵੀ ਜੇ ਕੋਈ ਕੰਮ ਕਰ ਰਿਹਾ, ਮੈਨੂੰ ਇਨਕਮ ਹੋਊਗੀ ਤਾਂ ਇਹਦੇ ਵਿੱਚ ਜਿਹੜੀ ਮੈਂ ਕੋਈ ਚੀਜ਼ਾਂ ਖਰੀਦਦਾ ਹੈ ਤਾਂ ਉਹਦੇ ਵਿੱਚ ਮੈਂ ਵੀ ਡਾਇਰੈਕਟਲੀ ਕਿਤੇ ਨਾ ਕਿਤੇ ਮੈਂ ਟੈਕਸ ਪੇ ਕਰ ਰਿਹਾ ਹੈਗਾ। ਤਾਂ ਮੇਰਾ ਵੀ ਇੱਕ ਹੱਕ ਬਣਦਾ ਵੀ ਮੈਨੂੰ ਜੇ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਮੇਰਾ ਟ੍ਰੀਟਮੈਂਟ ਜਿਹੜਾ ਹੈਗਾ ਸਰਕਾਰੀ ਹਸਪਤਾਲ ਦੇ ਵਿੱਚ ਵਧੀਆ ਤੇ ਫ੍ਰੀ ਹੋਵੇ, ਲੇਕਿਨ ਉਹ ਨਹੀਂ ਹੋ ਪਾ ਰਿਹਾ। ਲੋਕਾਂ ਨੂੰ ਹੁਣ ਇਹੀ ਜਿਹੜਾ ਮੈਂ ਹੁਣ ਇੱਕ ਇਸ ਨੂੰ ਰਾਜਨੀਤੀ ਪਾਸੇ ਵੀ ਮੋੜ ਕੇ ਲੈ ਕੇ ਜਾਣਾ ਹੈਗਾ ਵੀ ਸਿਰਫ ਐਸੀ ਚੀਜ਼ ਤੋਂ ਤੰਗ ਪਰੇਸ਼ਾਨ ਹੋ ਕੇ 70 ਸਾਲਾਂ ਦਾ ਆਹੀ ਚੀਜ਼ ਅਸੀਂ ਦੇਖ ਰਹੇ ਹਾਂ। ਸਟ੍ਰੈਚਰ ਟੁੱਟੇ ਪਏ ਹੈ। ਮੈਂ RTI ਦੇ ਵਿੱਚ ਵੀ ਲਿਆ ਹੈਗਾ, ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ MRI CT ਸਕੈਨ ਤੇ ਨਿਊਰੋ ਸਰਜਨ ਦੀ ਸੁਵਿਧਾ ਹੈ ਨਹੀਂ। ਜੇ ਸਿਰ ਦੀ ਸੱਟ ਵੱਜੇ ਬੰਦਾ ਨਾਲ ਦੀ ਨਾਲ ਰੈਫਰ ਕਰ ਦਿੰਦੇ ਆ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਉਹਨਾਂ ਨੂੰ। ਲੋਕ ਮਜਬੂਰੀ ਨੂੰ ਜਾ ਰਹੇ ਆ ਪ੍ਰਾਈਵੇਟ ਹਸਪਤਾਲਾਂ 'ਚ, ਕਿਸੇ ਦਾ ਜੀ ਨਹੀਂ ਕਰਦਾ। ਮੈਨੂੰ ਵੀ ਕਈ ਵਾਰ ਸਮੱਸਿਆ ਹੁੰਦੀ ਹੈ। ਅਸੀਂ ਤਾਂ ਹੁਣ ਚਲੋ ਸਾਰੇ ਡਾਕਟਰਾਂ ਨਾਲ ਜਾਣਦੇ ਪਛਾਣਦੇ ਆ, ਸਾਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ, ਤਾਂ ਮੇਰੀ ਵੀ ਪਹਿਲ ਇਹੀ ਹੁੰਦੀ ਹੈ ਵੀ ਮੈਂ ਪ੍ਰਾਈਵੇਟ ਦੇ ਵਿੱਚ ਜਾਣ ਦੀ ਥਾਂ ਤੇ ਮੈਂ ਸਰਕਾਰੀ ਦੇ ਵਿੱਚ ਜਾਵਾਂ ਤਾਂ ਕਿ ਜਿਹੜਾ ਹਜ਼ਾਰਾਂ ਰੁਪਏ ਖਰਚਾ ਆਣਾ ਹੈਗਾ ਘੱਟੋ ਘੱਟ ਉਹ ਮੇਰਾ ਬਚ ਜਾਵੇ। ਹਾਂਜੀ। ਤਾਂ ਜਦੋਂ ਮੇਰੇ ਵਰਗੇ ਦੀ ਇਹ ਸੋਚ ਹੈ, ਜਿਹੜੇ ਵਿਚਾਰੇ ਹੈਂਡ ਟੂ ਮਾਊਥ ਹੈਗੇ ਆ, ਡੇਲੀ ਦਿਹਾੜੀ ਕਮਾਉਣ ਵਾਲੇ ਹੈਗੇ ਆ, ਉਹਨਾਂ ਲਈ ਤਾਂ ਸਰਕਾਰੀ ਹਸਪਤਾਲ ਹੀ ਸਾਰਾ ਕੁਝ ਹੈ। ਉਹ ਬਾਹਰਲੇ ਪਾਸੇ ਦਾ ਸੋਚ ਵੀ ਨਹੀਂ ਸਕਦੇ। ਬਿਲਕੁਲ। ਬਲੱਡ ਬੈਂਕ ਨਾ ਸੁਰੱਖਿਆ 'ਚ ਰਹਿੰਦਾ, ਕਿਉਂ? ਬਲੱਡ ਬੈਂਕ ਸਰਕਾਰੀ ਲਗਾ ਲਓ ਚਾਹੇ ਬਲੱਡ ਬੈਂਕ ਪ੍ਰਾਈਵੇਟ ਲਗਾ ਲਓ, ਇਹ ਸੁਰੱਖਿਆ ਦੇ ਵਿੱਚ ਰਹਿੰਦੇ ਆ। ਇਹਦੇ ਵਿੱਚ ਉਹੀ ਅਣਗਹਿਲੀ ਹੈ ਵੀ ਜਿਹੜੀ ਸਾਡੀ ਸਿਹਤ ਸੁਵਿਧਾਵਾਂ ਹੈਗੀਆਂ ਉਹ ਪਿਛਲੇ 70-75 ਸਾਲਾਂ ਤੋਂ, ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ, ਵੀ ਇੰਨੀ ਜ਼ਿਆਦਾ ਗੰਦਲੀਆਂ ਕਰ ਦਿੱਤੀਆਂ ਗਈਆਂ ਵੀ ਜਿਹਦੇ ਕਰਕੇ ਲੋਕਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਅੰਦਰ ਦੇ ਸਿਸਟਮ ਇੰਨੇ ਗੰਦੇ ਹੋ ਚੁੱਕੇ, ਜਿਸ ਸਿਸਟਮ ਦੇ ਵਿੱਚੋਂ ਕੰਮ ਕਰ ਰਹੇ ਹੈ ਤਾਂ ਲੋਕਾਂ ਨੂੰ ਉਹੀ ਸਿਸਟਮ ਜਿਹੜਾ ਪਰੇਸ਼ਾਨੀ ਕ੍ਰੀਏਟ ਕਰ ਰਿਹਾ ਹੈਗਾ। ਠੀਕ ਹੈ। ਜੇ ਅਸੀਂ ਸਰਕਾਰੀ ਹਸਪਤਾਲ ਦੀ ਗੱਲ ਕਰਦੇ ਹੈਗੇ ਆ ਬਲੱਡ ਬੈਂਕ ਦੀ, ਤਾਂ ਇਹਦੇ ਵਿੱਚ ਪਿੱਛੇ ਜੀ ਇੱਕ ਮਾਮਲਾ ਆਇਆ ਸੀਗਾ ਵੀ ਇਹਨਾਂ ਨੇ ਬਿਨਾਂ ਚੈੱਕ ਕੀਤੇ HIV ਪੋਜ਼ਿਟਿਵ ਬਲੱਡ ਹੈਗੇ ਜਿਹੜੇ ਕਈ ਲੋਕਾਂ ਨੂੰ ਚੜਾਤੇ। ਉਹਦੇ ਪਿੱਛੇ ਕੀ ਸੀ ਜੀ? ਬਿਲਕੁਲ ਐਸੀ ਗੱਲ ਕਰਕੇ ਮੈਂ ਥੋੜਾ ਕੌੜਾ ਲੱਗਦਾ ਇਹਨਾਂ ਨੂੰ। ਮੈਂ ਹੁਣ ਕੰਪਲੇਂਟ ਕਿਹਦੇ ਪਿੱਛੇ ਕੀਤੀ ਸੀਗੀ? ਉਹ ਵਿਚਾਰੇ ਲੇਬਰ ਵਾਲੇ ਆ, UP ਬਿਹਾਰ ਦੇ ਰਹਿਣ ਵਾਲੇ ਆ, ਉਹਨਾਂ ਪਿੱਛੇ ਮੈਂ ਕੰਪਲੇਂਟ ਕੀਤੀ ਸੀ ਵੀ ਗਰੀਬ ਬੰਦੇ ਹੈਗੇ ਆ। ਤੇ ਕੰਪਲੇਂਟ ਕਿਹਨਾਂ ਦੇ ਖਿਲਾਫ ਕੀਤੀ ਸੀ? ਉਹ ਸਾਰੇ ਸਿਸਟਮ ਦੇ ਵਿੱਚ ਬੈਠੇ ਹੋਏ ਅਮੀਰ ਬੰਦੇ ਹੈਗੇ ਆ, ਪਹੁੰਚ ਵਾਲੇ ਬੰਦੇ ਹੈਗੇ ਆ। ਠੀਕ ਹੈ। ਸਾਡੀ ਲੜਾਈ ਹਮੇਸ਼ਾ ਜ਼ਰੂਰਤਮੰਦ ਲੋਕਾਂ ਤੱਕ ਰਹੀ ਹੈ, ਜਿਹੜੇ ਕਿ ਸਮਾਜ ਤੋਂ ਪਿਛੜੇ ਹੋਏ ਲੋਕ ਹੈ, ਜਿਨ੍ਹਾਂ ਨੂੰ ਆਪਦੇ ਹੱਕਾਂ ਦਾ ਨਹੀਂ ਪਤਾ, ਜਿਨ੍ਹਾਂ ਨਾਲ ਜਦੋਂ ਧੱਕਾ ਹੋ ਜਾਂਦਾ ਉਹਨਾਂ ਨੂੰ ਆਪਦੇ ਇਨਸਾਫ ਲੈਣ ਦਾ ਨਹੀਂ ਪਤਾ। ਅਸੀਂ ਉਹਨਾਂ ਪਿੱਛੇ ਲੜਦੇ ਹਾਂ। ਅਸੀਂ ਉਹਨਾਂ ਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਲਗਵਾਇਆ, ਜਿੱਥੇ ਹਾਈ ਕੋਰਟ ਦੇ ਵਿੱਚ ਵੀ HC ਅਰੋੜਾ ਜੀ ਬਹੁਤ ਵੱਡੇ ਸਮਾਜ ਸੇਵੀ ਹੈ, ਵਕੀਲ ਹੈ, ਸੀਨੀਅਰ, ਉਹਨਾਂ ਨੇ ਉਹਨਾਂ ਦਾ ਕੇਸ ਲੜਿਆ, ਮਤਲਬ ਪਟੀਸ਼ਨ ਚਲਾਈ ਹੈਗੀ, ਹਾਲੇ ਚੱਲ ਰਿਹਾ ਹੈਗਾ ਕੇਸ ਫਿਲਹਾਲ। ਉਹਨਾਂ ਦੀ ਕੰਪਲੇਂਟ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੀ ਕੀਤੀ ਸੀਗੀ। ਤਾਂ ਉਹ ਪੀੜਤ ਜਿਹੜੇ ਪਰਿਵਾਰ ਹੈਗੇ ਉਹਨਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਵੀ ਮਿਲਿਆ ਹੈਗਾ। ਠੀਕ ਹੈ। ਤੇ ਸਾਡੀ ਮਤਲਬ ਇਸ ਤਰ੍ਹਾਂ ਦੀ ਲੜਾਈਆਂ ਰਹਿੰਦੀਆਂ ਵੀ ਉਹ ਸਿਸਟਮ ਦੇ ਕਰਕੇ ਜਿਹੜੀ ਉਹਨਾਂ ਦੀ ਜ਼ਿੰਦਗੀ ਨਰਕ ਹੋ ਗਈ ਵੀ ਉਹਨਾਂ ਨੂੰ HIV ਪੋਜ਼ਿਟਿਵ ਬਲੱਡ ਚੜਾਤਾ, ਬਹੁਤ ਮੇਜਰ ਇਸ਼ੂ ਹੈ। ਤੇ ਜੇ ਅਸੀਂ ਪ੍ਰਾਈਵੇਟ ਬਲੱਡ ਬੈਂਕਾਂ ਦੀ ਗੱਲ ਕਰ ਲਈਏ ਤਾਂ ਉੱਥੇ ਬਲੱਡ ਦੇ ਨਾਂ ਤੇ ਸਕੈਮ ਚੱਲ ਰਹੇ ਹੈ। ਠੀਕ ਹੈ। ਉੱਥੇ ਲੋਕਾਂ ਨੂੰ ਲਾਲਚ ਦੇ ਕੇ ਕੁਝ ਸੰਸਥਾਵਾਂ ਨੂੰ ਲਗਾ ਲਓ ਜਾਂ ਕੁਝ ਮੋਢੀਆਂ ਨੂੰ ਲਾਲਚ ਦੇ ਕੇ ਉੱਥੇ ਬਲੱਡ ਡੋਨੇਟ ਕਰਵਾਇਆ ਜਾਂਦਾ ਹੈਗਾ ਤੇ ਉੱਥੇ ਫਿਰ ਉਹ ਬਲੱਡ ਹੈਗਾ ਜਿਹੜਾ ਮੂੰਹ ਮੰਗੇ ਰੇਟ ਦੇ ਉੱਤੇ ਵੇਚਿਆ ਜਾ ਰਿਹਾ ਹੈਗਾ। ਹੁਣ ਉਹਦੇ ਵਿੱਚ ਵੀ ਸਾਡੀ ਹੁਣ ਪ੍ਰਾਈਵੇਟ ਬਲੱਡ ਬੈਂਕਾਂ ਦੇ ਖਿਲਾਫ ਵੀ ਮੈਂ 1-2 ਦੇ ਖਿਲਾਫ ਕੰਪਲੇਂਟਸ ਪਾਈਆਂ ਹੈਗੀਆਂ। ਤੇ ਇਹੀ ਇਸ਼ੂ ਰਹਿੰਦਾ ਹੈ ਵੀ ਸਾਡੇ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ। ਅਸੀਂ ਕਿਸੇ ਨਾ ਕਿਸੇ ਨੂੰ ਅਸੀਂ ਕੰਪਲੇਂਟ ਪਾ ਦਿੰਨੇ ਆ। ਕਈ FIR ਦਰਜ ਕਰਾ ਚੁੱਕੇ ਅਸੀਂ ਲੋਕਾਂ ਤੇ। ਬੱਚੇ ਵੇਚਣ ਵਾਲੇ ਮਾਮਲੇ 'ਚ FIRਾਂ ਦਰਜ ਹੈ, ਕਿਡਨੀ ਸਕੈਮ ਦੇ ਵਿੱਚ FIRਾਂ ਦਰਜ ਹੈ, ਜਿਹੜੇ ਚਾਈਨਾ ਡੋਰ ਵੇਚਦੇ ਉਹਨਾਂ ਦੇ ਖਿਲਾਫ FIR ਦਰਜ ਹੈ। ਇੰਨੇ ਅਸੀਂ ਕੰਪਲੇਂਟਸ ਪਾਣੇ ਹੈਗੇ ਆ, ਸਿਸਟਮ ਦੇ ਨਾਲ ਲੜੀ ਜਾ ਰਹੇ ਆ। ਹੱਲ ਕੀ ਹੈਗਾ? ਸਾਡੇ ਤੋਂ ਰਿਹਾ ਜਾ ਨਹੀਂ ਰਿਹਾ। ਕਈ ਵਾਰ ਤਾਂ ਐਂ ਸੋਚਦੇ ਹੈਗੇ ਆ ਵੀ ਸਿਸਟਮ ਹੈ ਹੀ ਇੰਨਾ ਗੰਦਾ ਵੀ ਚੁੱਪ ਕਰਕੇ ਬਹਿ ਜਾਓ, ਆਪਾਂ ਕੁਝ ਕਰੀ ਚੱਲੋ। ਲੇਕਿਨ ਜਿਹੜੀ ਅੰਦਰਲੀ ਆਤਮਾ ਦੀ ਆਵਾਜ਼ ਆ ਉਹ ਫੇਰ ਉਠਾ ਦਿੰਦੀ ਹੈਗੀ ਹੈ ਵੀ ਐਂ ਚੁੱਪ ਕਰਕੇ ਕਿਵੇਂ ਬੈਠੋਗੇ। ਹਾਲਾਂਕਿ ਸਾਨੂੰ ਇਹ ਵੀ ਪਤਾ ਵੀ 10-10 ਸਾਲ ਹੋ ਗਏ ਲੜਾਈ ਕਰਦੇ ਨੂੰ, ਹਲੇ ਨਤੀਜੇ ਉਵੇਂ ਨਹੀਂ ਆ ਰਹੇ, ਪਰ ਫਿਰ ਵੀ ਟਿਕ ਕੇ ਬੈਠਿਆ ਨਹੀਂ ਜਾਂਦਾ। ਕਿਤੇ ਨਾ ਕਿਤੇ ਸਾਨੂੰ ਅੱਗ ਲੱਗ ਜਾਂਦੀ ਹੈ ਵੀ ਯਾਰ ਵੀ ਇਹ ਤਾਂ ਜਿਵੇਂ ਹੁਣ HIV ਪੋਜ਼ਿਟਿਵ ਵਾਲਾ ਸੀਗਾ, ਮਤਲਬ ਜ਼ਹਿਰ ਚੜ ਜਾਂਦੀ ਹੈ ਜੀ, ਜ਼ਹਿਰ। ਤੁਸੀਂ ਆਪ ਸੋਚੋ ਵੀ ਆਪਣੇ ਨਾਲ ਆਪਣੇ ਬੱਚੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਹੋਵੇ, ਉਹਨੂੰ HIV ਪੋਜ਼ਿਟਿਵ ਦੇ ਕੇ ਜ਼ਿੰਦਗੀ ਉਹਦੀ ਨਰਕ ਬਣਾਈ ਹੋਵੇ, ਆਪਾਂ ਕੀ ਕਰਨ ਤੱਕ ਨਹੀਂ ਜਾਵਾਂਗੇ। ਆਪਾਂ ਕਾਨੂੰਨ ਵੀ ਹੱਦ ਤੱਕ ਲੈਣ ਨੂੰ ਜਾਵਾਂਗੇ।
ਤਾਂ ਜਿਹੜੇ ਹੁਣ ਵਿਚਾਰੇ ਲੋਕਾਂ ਨਾਲ ਹੋਇਆ ਹੈਗਾ ਤਾਂ ਉਹਨਾਂ ਦਾ ਦਰਦ ਸਾਨੂੰ ਆਪਦਾ ਦਰਦ ਲੱਗਦਾ, ਜਿਸ ਕਰਕੇ ਸਾਡੇ ਤੋਂ ਰਿਹਾ ਨਹੀਂ ਜਾਂਦਾ ਤੇ ਅਸੀਂ ਸਮਾਜ ਦੇ ਵਿੱਚ ਸਮਾਜ ਸੇਵੀ ਦੇ ਨਾਲ ਲੜਾਕੇ ਵੀ ਵੱਜਦੇ ਆ। ਹੈਗੀਆਂ ਗਾਂ ਮਤਲਬ ਹਨਾ ਇੰਨਾ ਚ ਆਈ ਆ ਲਿੰਪਸ ਹਨਾ, ਹਾਂਜੀ ਇਹਦੇ ਲਈ ਤੁਸੀਂ ਕੀ ਕਰ ਰਹੇ ਹੋ? ਜੀ ਬਿਲਕੁਲ ਬਹੁਤ ਬੁਰਾ ਹਾਲ ਹੈ, ਵਿਚਾਰੇ ਬੇਜੁਬਾਨ ਜਿਹੜੇ ਪਸ਼ੂ ਹੈਗੇ ਸੜਕਾਂ ਦੇ ਉੱਤੇ ਫਿਰ ਰਹੇ ਹੈ। ਇਸ ਬਿਮਾਰੀ ਦੇ ਨਾਲ ਲਿੰਪਸ ਸਕਿਨ ਬਿਮਾਰੀ ਦੇ ਨਾਲ, ਜਿਹੜੇ ਲਿੰਪੀ ਸਕਿਨ ਬਿਮਾਰੀ ਦੇ ਨਾਲ ਪੀੜਤ ਪਸ਼ੂ ਹੈਗੇ ਆ, ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਆ ਰਹੇ ਆ। ਉਹ ਵਿਚਾਰੇ ਬੋਲ ਕੇ ਕਿਹਨੂੰ ਆਪਦਾ ਦਰਦ ਦੱਸਣ। ਬਠਿੰਡਾ ਦੇ ਵਿੱਚ ਡੇਲੀ 50 ਤੋਂ 60 ਗਊਆਂ ਦੀ ਮੌਤਾਂ ਹੋ ਰਹੀਆਂ। ਹਾਂਜੀ, ਸਾਰਾ ਕਾਰਪੋਰੇਸ਼ਨ ਸਿਰਫ ਜੀਸੀਬੀ ਲੈ ਕੇ ਦਿਨ ਤੋਂ ਲੈ ਕੇ ਰਾਤ ਤੱਕ ਐਸੀ ਕੰਮ ਤੇ ਲੱਗਿਆ ਵੀ ਉਹਨਾਂ ਦੀ ਡੈੱਡ ਬੋਡੀਆਂ ਜਿਹੜੀਆਂ ਦੱਬ ਰਿਹਾ। ਹਾਂਜੀ, ਅਸੀਂ ਇਸ ਸਮੱਸਿਆ ਨੂੰ ਦੇਖਿਆ ਤਾਂ ਜਿਵੇਂ ਅਸੀਂ ਪਹਿਲਾਂ ਕਰੋਨਾ ਦੇ ਵਿੱਚ ਕੰਮ ਕੀਤਾ ਸੀਗਾ ਤਾਂ ਸਾਡੀ ਆਪਸ ਦੇ ਵਿੱਚ ਸਾਡੀ ਸੰਸਥਾ ਦੀ ਮੀਟਿੰਗ ਹੋਈ ਤੇ ਵੀ ਇਹਦੇ ਵਾਸਤੇ ਜ਼ਰੂਰ ਕੁਝ ਕਰਨਾ ਚਾਹੀਦਾ ਹੈਗਾ। ਤਾਂ ਅਸੀਂ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਇੱਕ ਦੇਸੀ ਟ੍ਰੀਟਮੈਂਟ ਹੈ ਜਿਹੜਾ ਕਿ ਡੈਰੀ ਡਿਪਾਰਟਮੈਂਟ ਵੱਲੋਂ ਹੀ ਜਿਹੜਾ ਰਿਕਮੈਂਡਡ ਹੈਗਾ। ਉਹ 'ਚ 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਹਲਦੀ, ਥੋੜੀ ਜੀ ਸ਼ੱਕਰ ਤੇ ਸਰੋਂ ਦਾ ਤੇਲ ਮਿਲਾ ਕੇ ਉਹਦੀ ਅਸੀਂ ਗੋਲੀ ਬਣਾ ਕੇ ਆਟੇ ਦੇ ਪੇੜੇ ਵਿੱਚ ਪਾ ਕੇ ਤੇ ਉਹ ਬੇਸਾਰਾ ਗਊ ਨੂੰ ਖਵਾਉਂਦੇ ਹੈਗੇ ਆ। ਉਹਦੇ ਨਾਲ ਉਹ 5 ਦਿਨਾਂ ਦੇ ਵਿੱਚ ਹੀ ਸਹੀ ਹੋ ਜਾਂਦੀ ਹੈ। ਜਿਨ੍ਹਾਂ ਦੇ ਪ੍ਰੋਬਲਮ ਸਕਿਨ ਦੇ ਉੱਤੇ ਜ਼ਿਆਦਾ ਹੈ, ਫੋੜੇ ਜ਼ਿਆਦਾ ਹੈ, ਉਹਦੇ ਉੱਤੇ ਫਟਕਰੀ ਦਾ ਪਾਣੀ ਜਾਂ ਡੈਟੋਲ ਦੇ ਪਾਣੀ ਦਾ ਸਪਰੇਅ ਕਰਨਾ ਚਾਹੀਦਾ। ਤਾਂ ਅਸੀਂ ਡੈਟੋਲ ਦੇ ਪਾਣੀ ਦਾ ਅਸੀਂ ਸਪਰੇਅ ਕਰ ਰਹੀਆਂ ਸਾਡੀਆਂ ਟੀਮਾਂ ਤੇ ਫਿਲਹਾਲ ਅਸੀਂ ਲੱਗੇ ਹੈਗੇ ਆ। ਐਸੀ ਜਿਹੜੇ ਜਜ਼ਬੇ ਦੇ ਨਾਲ ਸਾਡੀ ਟੀਮ ਹੈਗੀ ਹੈ ਉਹ ਲੱਗੀ ਰਹਿੰਦੀ ਦਿਨ ਰਾਤ। ਬਹੁਤ ਡੈਡੀਕੇਟਡ ਮੁੰਡੇ ਆ ਸਾਡੇ ਨਾਲ ਜਿਹੜੇ ਲੱਗੇ ਆ, ਚੰਗੇ ਘਰਾਂ ਤੋਂ ਹੈ, ਆਪਦੇ ਵੱਲੋਂ ਤਨ ਮਨ ਦੀ ਸੇਵਾ ਦੇ ਨਾਲ ਧਨ ਦੀ ਸੇਵਾ ਵੀ ਬਹੁਤ ਕਰ ਰਹੇ ਹੈਗੇ ਆ। ਠੀਕ ਹੈ, ਸਾਡੇ ਨਾਲ ਸ਼ਹਿਰ ਵੀ ਬਹੁਤ ਜੁੜਿਆ ਸਾਡਾ ਕੰਮ ਦੇਖ ਕੇ। ਉਹਨਾਂ ਨੂੰ ਪਤਾ ਹੈ ਵੀ ਚਲੋ ਠੀਕ ਹੈ ਵੀ ਇਹਨਾਂ ਦੀ ਲੜਾਈ ਇੱਕ ਹੈਗੀ ਆ, ਉਹ ਅਲੱਗ ਚੀਜ਼ ਹੈ, ਮੈਟਰ ਹੈਗਾ, ਲੇਕਿਨ ਜਿਹੜੀ ਸੇਵਾ ਹੈਗੀ ਹੈ ਉਹ ਤਾਂ ਅਸੀਂ ਲੋਕਾਂ ਨੂੰ ਵੀ ਦਿਖ ਰਹੀ ਹੈ। ਇਸ ਕਰਕੇ ਸਾਰਾ ਸ਼ਹਿਰ ਵੀ ਸਾਡੇ ਨਾਲ ਜੁੜਿਆ ਹੋਇਆ ਜੀ। ਹਾਂਜੀ, ਤੁਹਾਡੇ ਵੱਲੋਂ ਕੋਈ ਮੈਸੇਜ ਯੂਥ ਨੂੰ? ਜੀ ਯੂਥ ਨੂੰ ਬਸ ਮੇਰਾ ਇਹੀ ਮੈਸੇਜ ਹੈ, ਜਿਵੇਂ ਹੁਣ ਬਹੁਤ ਵਧੀਆ ਤੁਸੀਂ ਗੱਲ ਪੁੱਛੀ ਕਹੀ ਹੈਗੀ ਹੈ, ਯੂਥ ਬਹੁਤ ਜ਼ਿਆਦਾ ਭਟਕ ਚੁੱਕਿਆ ਹੈਗਾ, ਫ੍ਰੀ ਰਹਿ ਰਹੇ ਹੈ, ਬਾਲਾਂ ਦੇ ਸਟਾਈਲ ਬਣਾ ਰਹੇ ਹੈ। ਬਿਲਕੁਲ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਇਹਨਾਂ ਚੀਜ਼ਾਂ ਨਾਲ ਕਾਮਯਾਬ ਹੋ ਜਾਾਂਗੇ, ਬ੍ਰਾਂਡਡ ਟੀ-ਸ਼ਰਟਾਂ, ਬ੍ਰਾਂਡਡ ਜੁੱਤੇ, ਲੇਕਿਨ ਉਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ। ਡਿਪਰੈਸ਼ਨ ਦੇ ਵਿੱਚ ਜਾ ਕੇ ਉਹ ਨਸ਼ੇ ਵਾਲੀ ਸਾਈਡ ਜਾਂ ਕ੍ਰਾਈਮ ਵਾਲੀ ਸਾਈਡ ਤੁਰ ਪੈਂਦੇ ਆ। ਤਾਂ ਬਠਿੰਡੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਗਲੀ ਗਲੀ ਹੋਇਆ ਪਿਆ ਹੈਗਾ। ਤਾਂ ਯੂਥ ਨੂੰ ਚਾਹੀਦਾ ਆਪਣੇ ਆਪ ਨੂੰ ਬਿਜ਼ੀ ਰੱਖੋ। ਹਾਂਜੀ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਮੈਂ ਜਦੋਂ +2 ਦੇ ਵਿੱਚ ਹੋਇਆ ਤਾਂ 12:30 ਵਜੇ ਫ੍ਰੀ ਹੋ ਜਾਂਦਾ ਸੀ ਤਾਂ ਮੈਨੂੰ ਸਾਰਾ ਦਿਨ ਖਾਣ ਨੂੰ ਆਉਂਦਾ ਸੀਗਾ। ਵਿਹਲਾ ਹੁੰਦਾ ਤਾਂ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤਾਂ ਸ਼ਾਇਦ ਮੈਂ ਵੀ ਕੋਈ ਨਸ਼ੇ ਵੱਲ, ਚਿੱਟੇ ਵੱਲ ਜਾਂ ਕ੍ਰਾਈਮ ਵੱਲ ਪੈ ਜਾਂਦਾ। ਤਾਂ ਮੈਂ ਆਪਣੇ ਆਪ ਨੂੰ ਬਿਜ਼ੀ ਇੰਨਾ ਬਿਜ਼ੀ ਰੱਖਿਆ ਤਾਂ ਅੱਜ ਮਨ ਨੂੰ ਵੀ ਤਸੱਲੀ ਹੁੰਦੀ ਹੈ ਵੀ ਅਸੀਂ ਸਹੀ ਥਾਂ ਤੇ ਖੜੇ ਆ। 4 ਲੋਕ ਸਾਨੂੰ ਪੁੱਛਦੇ ਆ, ਸਾਡੀ ਰਾਏ ਲੈਂਦੇ ਆ, ਅਸੀਂ ਸੇਵਾ ਕਰਦੇ ਆ, ਸਾਡੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਜਦੋਂ ਸਾਨੂੰ ਕੋਈ ਬੰਦਾ ਕਹਿ ਕੇ ਜਾਂਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਸਾਨੂੰ ਐਂ ਲੱਗਦਾ ਵੀ ਜਿਹੜੀ ਜੰਗ ਹੈਗੀ ਹੈ ਉਹ ਸਹੀ ਤਰੀਕੇ ਨਾਲ ਸਾਡੀ ਜਾਰੀ ਹੈ, ਉਹ ਚੱਲ ਰਹੀ ਹੈ ਤੇ ਐਂ ਚੱਲਣੀ ਚਾਹੀਦੀ ਹੈ। ਤਾਂ ਯੂਥ ਨੂੰ ਵੀ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ ਹੈ। ਜਿਵੇਂ ਉਹਨਾਂ ਮੰਨ ਲਓ ਲਿੰਪਸ ਸਕਿਨ ਬਿਮਾਰੀ ਹੈਗੀ ਹੈ, ਬੇਜੁਬਾਨ ਪਸ਼ੂ, ਉਹ ਸੇਵਾ ਕਰਕੇ ਦੇਖਣ, ਇੱਕ ਵਾਰ ਘਰੋਂ ਨਿਕਲਣ, ਇੱਕ ਪਸ਼ੂ ਦੀ ਸੇਵਾ ਕਰਕੇ ਦੇਖਣ, ਉਹਨਾਂ ਨੂੰ ਐਂ ਲੱਗੂਗਾ ਵੀ ਉਹਨਾਂ ਨੇ ਜ਼ਿੰਦਗੀ ਜਿੱਤ ਲਈ। ਨਸ਼ੇ ਨੁਸ਼ੇ ਵੱਲ ਛੱਡ ਦੇਣ ਧਿਆਨ, ਵਿਹਲੇ ਰਹਿਣ ਦਾ ਕੰਮ ਛੱਡ ਦਿਓ। ਜਦੋਂ ਤੱਕ ਵਿਹਲੇ ਰਹਿਣਗੇ ਆਪਣੇ ਆਪ ਨੂੰ ਬਿਜ਼ੀ ਰੱਖੋ। ਸਾਡਾ ਫੋਨ ਰਾਤ ਨੂੰ ਵੀ ਔਨ ਰਹਿੰਦਾ ਜੀ, ਰਾਤ ਨੂੰ 1:30 ਵਜੇ 2 ਵਜੇ ਕੋਈ ਬੰਦਾ ਫੋਨ ਮਾਰਦਾ, ਅਸੀਂ ਉਹਦੀ ਗੱਲ ਸੁਣਦੇ ਆ, ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਸਾਨੂੰ ਵੀ ਨੀਂਦ ਪਿਆਰੀ ਹੈ, ਅਸੀਂ ਵੀ ਸੋ ਸਕਦੇ ਆ ਸਰਦੀਆਂ ਦੇ ਵਿੱਚ ਮੋਟਾ ਕੰਬਲ ਲੈ ਕੇ, ਪਰ ਨਹੀਂ, ਸਾਡੀ ਸਾਰੀ ਟੀਮ ਜਿਵੇਂ ਸਾਨੂੰ ਮੈਸੇਜ ਮਿਲਦਾ ਕਿਸੇ ਹੋਰ ਦਾ, ਅਸੀਂ ਆਪਦੇ ਸਾਰੇ ਕੰਮ ਛੱਡ ਕੇ ਭੱਜਦੇ ਆ। ਲੋਕ ਆਪਦਿਆਂ ਵਾਸਤੇ ਨਹੀਂ ਭੱਜਦੇ। ਤਾਂ ਜਿੰਨੇ ਵੀ ਮੁੰਡੇ ਸਾਡੇ ਨਾਲ ਲੱਗੇ ਆ ਉਹ ਅੱਜ ਬਹੁਤ ਸਕਸੈਸ ਹੋਏ ਆ। ਜਿਹੜੇ ਬੰਦੇ ਜੌਬ ਕਰਦੇ ਸੀ ਅੱਜ ਉਹ ਆਪਦੇ ਜੌਬ ਸਕਿੱਲ ਦੇ ਵਿੱਚ ਬਹੁਤ ਉੱਤੇ ਜਾ ਚੁੱਕੇ। ਜਿਹੜੇ ਬੰਦੇ ਬਿਜ਼ਨਸ ਕਰਦੇ ਸੀਗੇ ਉਹਨਾਂ ਨੇ ਵੱਡੇ ਵੱਡੇ ਸ਼ੋਰੂਮ ਪਾ ਲਏ। ਰੱਬ ਵੀ ਦੇਖਦਾ, ਪ੍ਰਮਾਤਮਾ ਵੀ ਦੇਖਦਾ, ਲੋਕਾਂ ਦੀ ਦੁਆਵਾਂ ਬਹੁਤ ਲੱਗਦੀਆਂ, ਬੇਜ਼ੁਬਾਨਾਂ ਦੀ ਦੁਆਵਾਂ ਬਹੁਤ ਲੱਗਦੀਆਂ। ਤੁਸੀਂ ਚੰਗੇ ਕੰਮ ਵੱਲ ਜਾ ਰਹੇ ਹੋ, ਤੁਹਾਡੀ ਸੋਚ ਵੱਡੀ ਹੁੰਦੀ ਹੈ, ਤੁਹਾਡੀ ਸੋਚ ਚੰਗੀ ਹੁੰਦੀ ਹੈ। ਤਾਂ ਯੂਥ ਨੂੰ ਵੀ ਸਾਡਾ ਤੁਹਾਡੇ ਚੈਨਲ ਦੇ ਨਾਲ ਇਹੀ ਸੁਨੇਹਾ ਹੈ ਵੀ ਚੰਗੇ ਕੰਮ ਕਰੋ, ਆਪਣੇ ਆਪ ਨੂੰ ਬਿਜ਼ੀ ਰੱਖੋ ਤੇ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ। ਮੇਰਾ ਬਾਲਾਂ ਦਾ ਸਟਾਈਲ ਮੇਰੇ ਬਚਪਨ ਦਾ ਹੈ, ਮੈਂ ਤੁਹਾਨੂੰ ਬਚਪਨ ਦੀ ਫੋਟੋਆਂ ਦਿਖਾਊਂਗਾ। ਆਹੀ ਚੀਜ਼ ਕੱਢਦਾ ਹੁੰਦਾ ਮੈਂ। ਨਾਰੀਅਲ ਦਾ ਤੇਲ ਸਿਰ ਤੇ ਲਾਉਂਦੇ ਸੀ ਪਹਿਲਾਂ ਤੇ ਅੱਜ ਵੀ ਲਾਉਂਦੇ ਆ। ਅਸੀਂ ਕਦੀ ਜੈਲਾਂ ਨਹੀਂ ਲਾਈਆਂ। ਆਪਦਾ ਸਟਾਈਲ ਇਸ ਤਰ੍ਹਾਂ ਦਾ ਸਿੰਪਲ ਸੋਬਰ, ਇਹਨਾਂ ਚੀਜ਼ਾਂ ਦੇ ਨਾਲ ਤਰੱਕੀ ਹੈ, ਬੰਦੇ ਦੇ ਦਿਮਾਗ ਨਾਲ ਤਰੱਕੀ ਹੈ, ਨਾ ਕਿ ਕੋਈ ਆਪਣਾ ਉੱਪਰਲੇ ਪਹਿਰਾਵੇ ਨਾਲ ਤਰੱਕੀ ਹੈ। ਬਿਲਕੁਲ ਸਰ, ਇੱਕ ਚੀਜ਼ ਹੋਰ ਕਿ ਹਸਪੀਟਲ ਹੈ ਨਾ, ਜਿਹੜੇ ਪ੍ਰਾਈਵੇਟ ਹਸਪੀਟਲ ਤਾਂ ਗਵਰਨਮੈਂਟ ਵੀ ਜ਼ਿਆਦਾਤਰ ਹੈ ਨਾ ਵੀ ਉਹਨਾਂ ਤੇ ਦੋਸ਼ ਲੱਗਦੇ ਕਿ ਹਸਪੀਟਲ ਘਪਲਾ ਬਹੁਤ ਕਰਦੇ ਆ। ਜੀ ਬਿਲਕੁਲ, ਤੁਹਾਡੀ ਗੱਲ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਕਾਲੀਆਂ ਭੇਡਾਂ ਉਹ ਕਿਤੇ ਨਾ ਕਿਤੇ ਹਰ ਇੱਕ ਫੀਲਡ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਚਾਹੇ ਕੋਈ ਪ੍ਰਾਈਵੇਟ ਕੰਪਨੀ ਉੱਥੇ ਵੀ ਮਿਲ ਜਾਣਗੀਆਂ, ਉਹਦੇ ਅੰਦਰ ਵੀ ਮਿਲ ਜਾਣਗੀਆਂ, ਇਹ ਮਿਲ ਜਾਂਦੀਆਂ। ਤਾਂ 2-4 ਕੁਛ ਇੱਕ ਡਾਕਟਰਾਂ ਦੇ ਕਰਕੇ ਜਿਹੜੇ ਡਾਕਟਰ ਬਾਕੀ ਦੇ ਹੈਗੇ ਉਹ ਵੀ ਬਹੁਤ ਜ਼ਿਆਦਾ ਬਦਨਾਮ ਹੋ ਚੁੱਕੇ। ਕਿਉਂਕਿ ਅਸੀਂ ਪਹਿਲਾਂ ਕਰੋਨਾ ਦੇ ਵਿੱਚ ਵੀ ਦੇਖਿਆ ਵੀ ਓਵਰ ਚਾਰਜਿੰਗ, ਟੀਕੇ ਜਿਹੜੇ 1500 ਦੇ ਟੀਕੇ ਸੀ 70 ਹਜ਼ਾਰ ਦੇ ਵੇਚੇ ਗਏ। ਇਹ ਚੀਜ਼ ਦੀ ਸਾਡੇ ਕੋਲ ਬਹੁਤ ਵੱਡੀ ਕਮੀ ਹੈ। 2-4 ਬੰਦਿਆਂ ਕਰਕੇ ਬਾਕੀ ਸਾਰੇ ਬਦਨਾਮ ਹੋ ਜਾਂਦੇ ਇਸ ਫੀਲਡ ਦੇ ਵਿੱਚ। ਇਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀ ਹੈ। ਜਿਹੜੇ ਵੱਡੇ ਹਸਪਤਾਲ ਹੈ
ਉਹ ਇਸ ਤਰ੍ਹਾਂ ਦੇ ਕਈ ਘੁਟਾਲਿਆਂ ਦੇ ਵਿੱਚ ਡਾਕਟਰ ਵੀ ਫੜੇ ਗਏ, ਨਕਲੀ ਆਪਰੇਸ਼ਨ, ਨਕਲੀ ਸਟੰਟ ਪਾਣੇ, ਇਹ ਕਹਿ ਦੇਣਾ ਵੀ ਪੱਥਰੀ ਦਾ ਆਪਰੇਸ਼ਨ ਕੀਤਾ ਲੇਕਿਨ ਪੱਥਰੀ ਦਾ ਆਪਰੇਸ਼ਨ ਕੀਤਾ ਨਹੀਂ ਹੁੰਦਾ। ਹਾਂਜੀ। ਇਹ ਜਿਹੇ ਘੁਟਾਲੇ ਬਹੁਤ ਉਜਾਗਰ ਹੁੰਦੇ ਆ, ਹਾਈਲਾਈਟ ਹੁੰਦੇ ਆ। ਹਾਂਜੀ। ਜਿਹੜੇ ਕੋਈ ਚੰਗੇ ਕੰਮ ਕਰਨ ਵਾਲੇ ਡਾਕਟਰ ਹੈਗੇ ਆ ਉਹਨਾਂ ਦੇ ਥੋੜੇ ਘੱਟ ਉਜਾਗਰ ਹੁੰਦੇ ਆ। ਹਾਂਜੀ। ਹੁਣ ਜਿਵੇਂ ਬਹੁਤ ਵੱਡੀ ਜਿਵੇਂ ਇਨਸਾਨੀਅਤ ਦੀ ਮਿਸਾਲ ਦਵਾਂ ਤਾਂ ਪੂਰੇ ਵਰਲਡ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀਗੀ ਵੀ ਬਠਿੰਡਾ ਦੇ ਡਾਕਟਰ ਵਿਤਲ ਗੁਪਤਾ, ਡਾਕਟਰ ਸੋਨੀਆ ਗੁਪਤਾ ਨੇ ਆਪਦਾ ਕਿਸ਼ੋਰੀ ਰਾਮ ਹਸਪੀਟਲ ਸਮੇਤ ਖੁਦ ਦੇ ਸਾਨੂੰ ਹੈਂਡਓਵਰ ਕਰਤਾ ਸੀ ਵੀ ਇੱਥੇ ਫ੍ਰੀ ਇਲਾਜ ਕਰੋ, ਵੀ ਅਸੀਂ ਵੀ ਫ੍ਰੀ ਸੇਵਾਵਾਂ ਦੇਵਾਂਗੇ। ਉਹਨਾਂ ਨੇ ਪੂਰਾ ਹਸਪੀਟਲ ਸਾਨੂੰ ਦਿੱਤਾ ਸੀ ਵੀ ਤੁਸੀਂ ਜਿੱਥੇ ਮਰਜ਼ੀ ਤੁਹਾਡਾ ਜੀ ਕਰਦਾ ਉਹਨੂੰ ਤੋੜੋ, ਭੰਨੋ, ਕਿਤੇ ਕੋਈ ਏਸੀ ਫਿੱਟ ਕਰਨਾ ਹੈ, ਕਿਤੇ ਕੋਈ ਤੁਸੀਂ ਪੈਪ ਕੱਢਣੀ ਹੈ, ਜਿੱਥੇ ਖੱਡਾ ਮਾਰਨਾ ਖੱਡਾ ਮਾਰੋ, ਸਾਰਾ ਹਸਪਤਾਲ ਤੁਹਾਡਾ। ਹਾਲਾਂਕਿ ਉਹ ਵਾਲੇ ਟਾਈਮ ਦੇ ਵਿੱਚ ਡਾਕਟਰ ਸਾਹਿਬ ਨੂੰ ਲੱਖਾਂ ਰੁਪਈਆਂ ਦੀ ਆਫਰ ਆ ਰਹੀਆਂ ਸੀਗੀਆਂ ਵੀ ਜੇ ਡਾਕਟਰ ਸਾਹਿਬ ਤੁਸੀਂ ਕੰਮ ਨਹੀਂ ਕਰਨਾ, ਤੁਹਾਡੇ ਹਸਪੀਟਲ ਦੇ ਤੁਸੀਂ ਸਾਰੇ ਆਪਦੀਆਂ ਪਰਮਿਸ਼ਨਾਂ ਲਿੱਤੀਆਂ ਹੋਈਆਂ, ਕਿਉਂਕਿ ਤੁਹਾਨੂੰ ਪਤਾ ਪਰਮਿਸ਼ਨਾਂ ਲੈਣੀਆਂ ਬਹੁਤ ਔਖੀਆਂ। ਇੱਕ ਚਲਦਾ ਚਲਾਇਆ ਹਸਪੀਟਲ ਉਹਨਾਂ ਨੇ ਬਿਨਾਂ ਕਿਸੇ ਲਾਲਚ ਤੋਂ ਸਾਨੂੰ ਹੈਂਡਓਵਰ ਕਰਤਾ। ਹੁਣ ਇਸ ਤਰ੍ਹਾਂ ਦੇ ਜਿਹੜੇ ਡਾਕਟਰ ਹੈਗੇ ਆ ਉਹ ਬਹੁਤ ਘੱਟ ਹੈ। ਹਾਂਜੀ, ਬਿਲਕੁਲ। ਜਿਹੜੇ ਜ਼ਿਆਦਾ ਹੋ ਗਏ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ, ਜਿਹੜੇ ਕਮਰਸ਼ੀਅਲ ਹੋ ਗਏ, ਜ਼ਿਆਦਾ ਹੋ ਗਏ। ਤਾਂ ਡਾਕਟਰ ਸਾਹਿਬ ਨਾਲ ਵੀ ਮੇਰੀ ਉਸ ਟਾਈਮ ਗੱਲ ਹੁੰਦੀ ਸੀ, ਡਾਕਟਰ ਸਾਹਿਬ ਵੀ ਮੈਨੂੰ ਕਹਿੰਦੇ ਸੀ ਵੀ ਸੋਨੂੰ ਵੀ ਜਿਹੜੇ ਵਿਚਾਰੇ ਆ ਡਾਕਟਰ ਇਸ ਤਰ੍ਹਾਂ ਦਾ ਕੁਝ ਕਰ ਰਹੇ ਹੈਗੇ ਨਾ, ਉਹਨਾਂ ਦੇ ਵਿੱਚ ਸਾਡੀਆਂ ਸਰਕਾਰਾਂ ਫੇਲ ਹੈ। ਮੈਂ ਕਿਹਾ ਡਾਕਟਰ ਸਾਹਿਬ ਉਹ ਕਿਸ ਤਰ੍ਹਾਂ? ਕਹਿੰਦੇ ਮੈਡੀਕਲ ਜਿਹੜੇ ਕਾਲਜ ਹੈਗੇ ਆ ਉਹਨਾਂ ਦੀ ਫੀਸਾਂ 50-50 ਲੱਖ ਰੁਪਏ ਹੈ। ਗਰੀਬ ਬੰਦਾ ਜਿਹੜਾ ਹੈਗਾ ਡਾਕਟਰ ਬਣ ਜੇ ਇਹ ਤੁਸੀਂ ਭੁੱਲ ਜਾਓ ਇੰਡੀਆ ਦੇ ਵਿੱਚ। ਕਹਿੰਦੇ ਜਿਹਨੇ 50 ਲੱਖ ਦਿੱਤਾ ਹੈਗਾ ਤੇ ਜੇ ਉਹ ਡਾਕਟਰ ਬਣ ਗਿਆ ਉਹ ਕੱਢੂ ਕਿੱਥੋਂ? ਤਾਂ ਆਪਣਾ ਸਿਸਟਮ ਕਹਿੰਦੇ ਵੀ ਸਰਕਾਰਾਂ ਵਾਲੇ ਸਿਸਟਮ ਤੋਂ ਹੀ, ਸਰਕਾਰੀ ਸਿਸਟਮ ਤੋਂ ਹੀ ਥੋੜਾ ਫੇਲ ਹੈਗਾ। ਇੱਧਰਲੇ ਪਾਸੇ ਜੇ ਉਹ ਧਿਆਨ ਦੇਣ, ਸਰਕਾਰੀ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਹੈਗੇ ਉਹਨਾਂ ਨੂੰ ਵਧੀਆ ਚੰਗਾ ਪੇ ਸਕੇਲ ਹੋਵੇ, ਉਹਨਾਂ ਦਾ ਜਿਹੜਾ এনवायरमेंट ਹੈਗਾ ਉਹ ਬਹੁਤ ਸੋਹਣਾ ਹੋਵੇ, ਤਾਂ ਜਿਹੜਾ ਆਪਣਾ ਸਿਸਟਮ ਹੈਗਾ ਇਹ ਸਾਰਾ ਆਟੋਮੈਟਿਕ ਹੀ ਸਰਕਾਰੀ ਵੀ ਸੁਧਰ ਜੂਗਾ ਤੇ ਪ੍ਰਾਈਵੇਟ ਵੀ ਸੁਧਰ ਜੂਗਾ। ਤਾਂ ਸਾਡੀ ਸਰਕਾਰਾਂ ਨੂੰ ਵੀ ਨਾਲ ਥੋੜੀ ਜਿਹੀ ਇਸ ਚੀਜ਼ ਦੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ। ਤੁਹਾਨੂੰ ਅਵਾਰਡ ਵੀ ਮਿਲਿਆ ਹੈ ਨਾ ਸਟੇਟ ਦਾ, ਉਹ ਪਿੱਛੇ ਲੱਗੀ ਵੀ ਹੋਈ ਹੈ ਪਿਕ ਤੁਹਾਡੀ। ਹਾਂਜੀ। ਤੇ ਇਹ ਤੁਹਾਨੂੰ ਕਿਸ ਕਰਕੇ ਮਿਲਿਆ ਸੀ? ਵੀ ਇਦਾਂ ਦਾ ਕਿਹੜਾ ਤੁਸੀਂ, ਵੈਸੇ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ ਹਨਾ, ਪਰ ਕਹਿੰਦੇ ਨੇ ਵੀ ਇੱਕ ਟਾਈਮ ਆਉਂਦਾ ਹੈ ਹਨਾ ਵੀ ਆਪਾਂ ਇੰਨਾ ਵਧੀਆ ਕਰ ਦਿੰਦੇ ਆ ਕਿ ਜਨਤਾ ਕਹਿੰਦੀ ਵਾਹ ਕੀ ਬਾਤ ਹੈ। ਮੈਡਮ ਮੈਂ ਇਹਦੇ ਵਿੱਚ ਵੀ ਮੈਂ ਤੁਹਾਨੂੰ ਸੱਚੀ ਸਪਸ਼ਟ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੈਂ ਅੱਜ ਤੱਕ ਸਾਡੀ ਜਦੋਂ ਦੀ ਸੰਸਥਾ ਬਣੀ ਹੈ ਅਸੀਂ ਆਪਦੇ ਹੱਥ ਨਾਲ ਲਿਖ ਕੇ ਕਦੀ ਅਪਲਾਈ ਨਹੀਂ ਕੀਤਾ। ਹਾਂਜੀ। ਕਦੇ ਕਿਸੇ ਮੰਤਰੀ ਨੂੰ, ਕਿਸੇ ਨੇਤਾ ਨੂੰ ਜਾਂ ਕਿਸੇ ਦੀ ਅਪਰੋਚ ਨਹੀਂ ਕਰਵਾਈ ਵੀ ਸਾਨੂੰ ਸਾਡਾ ਨਾਮ ਰਿਕਮੈਂਡ ਕੀਤਾ ਜਾਵੇ। ਠੀਕ ਹੈ। ਤਾਂ ਜਿਹੜਾ ਆਹ ਅਵਾਰਡ ਵੀ ਹੈਗਾ ਤਾਂ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਸੀਗਾ ਵੀ ਸਰਕਾਰ ਨੇ ਜਿੰਨੇ ਵੀ ਕਰੋਨਾ ਕੇਅਰ ਸੈਂਟਰ ਬਣਾਏ ਸੀਗੇ ਉਹਦੇ ਵਿੱਚ ਅਸੀਂ ਜਦੋਂ ਅਸੀਂ ਉੱਥੇ ਸਾਰੀ ਸੰਭਾਲ ਕੀਤੀ, ਉਹਨਾਂ ਦੀ ਲੰਚ, ਡਿਨਰ, ਬ੍ਰੇਕਫਾਸਟ, ਈਵਨਿੰਗ ਟੀ, ਹਰ ਚੀਜ਼ ਦੀ ਅਸੀਂ ਇੰਨੀ ਵਧੀਆ ਪ੍ਰੋਪਰ ਤਰੀਕੇ ਨਾਲ ਸੰਭਾਲ ਕੀਤੀ। ਜਿਹੜੇ ਕਰੋਨਾ ਦੇ ਪੇਸ਼ੈਂਟ ਸੀ ਉਹਨਾਂ ਦੀ ਚਾਦਰਾਂ ਜਿਹੜੀਆਂ ਉਹ ਧੋਣ ਦਾ ਕੰਮ, ਜਿਹੜੀਆਂ ਕੋਈ ਡੈਥ ਹੋ ਜਾਂਦੀ ਸੀ ਤਾਂ ਆਪਦੇ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਹੱਥ ਨਹੀਂ ਲਾਉਂਦੇ ਸੀ, ਤਾਂ ਉਹਨਾਂ ਦਾ ਅਸੀਂ ਕ੍ਰਿਮੇਸ਼ਨ ਪੂਰੇ ਰੀਤੀ ਰਿਵਾਜਾਂ ਦੇ ਨਾਲ ਜਿਹੜੇ ਅਸੀਂ ਕੀਤੇ। ਤਾਂ ਸਰਕਾਰ ਨੇ ਦੇਖਿਆ ਵੀ ਇਹ ਐਡਾ ਵੱਡੇ ਲੈਵਲ ਦੇ ਉੱਤੇ ਇੰਨੀ ਮੈਨੇਜਮੈਂਟ ਦੇ ਨਾਲ ਐਡਾ ਸੋਹਣਾ ਕੰਮ ਹੋਇਆ, ਤਾਂ ਰਿਕਮੈਂਡੇਸ਼ਨ ਉਹਨਾਂ ਵੱਲੋਂ ਖੁਦ ਗਈ ਸੀ। ਹਾਂਜੀ। ਤਾਂ ਜਿਹੜੇ ਮਤਲਬ ਉਸ ਤੋਂ ਬਾਅਦ ਸਰ ਚੀਫ ਸੈਕਟਰੀ ਦਾ ਸਾਨੂੰ ਲੈਟਰ ਆਇਆ ਇੱਥੇ ਬਠਿੰਡਾ ਡਿਸਟ੍ਰਿਕਟ ਨੂੰ ਵੀ ਤੁਸੀਂ ਇਹਨਾਂ ਨੂੰ ਦੱਸੋ ਵੀ ਇਹਨਾਂ ਦਾ ਸਟੇਟ ਅਵਾਰਡ ਵਾਸਤੇ ਜਿਹੜਾ ਹੈਗਾ ਵੀ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ। ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਇਹ ਸਟੇਟ ਅਵਾਰਡ ਸਿਰਫ ਸਾਡਾ ਨਹੀਂ ਸੀਗਾ, ਸਾਡੀ ਪੂਰੀ ਟੀਮ ਦਾ, ਸਾਡੇ ਬਠਿੰਡੇ ਵਾਲਿਆਂ ਦਾ ਸੀਗਾ ਇਹ। ਹਾਂਜੀ। ਤਾਂ ਲੇਕਿਨ ਇਹਦੇ ਵਿੱਚ ਇੱਕ ਗੱਲ ਇਹ ਸਪਸ਼ਟ ਹੈ, ਜ਼ਰੂਰ ਹੈ, ਸਾਫ਼ ਹੈ ਵੀ ਅਸੀਂ ਕਦੀ ਵੀ ਅਵਾਰਡ ਵਾਸਤੇ ਕਦੀ ਵੀ ਪੂਰੀ ਲਾਈਫ ਦੇ ਵਿੱਚ ਅਸੀਂ ਕਦੀ ਵੀ ਆਪਦੀ ਅਪਰੋਚ ਨਹੀਂ ਕੀਤੀ ਕਿਸੇ ਤਾਈਂ। ਅਸੀਂ ਖੁਦ ਨਾਲ ਕੋਈ ਅਸੀਂ ਕੋਈ ਜਿਹੜਾ ਕੋਈ ਫਾਰਮ ਭਰ ਕੇ ਦੇਣਾ ਹੁੰਦਾ ਜਾਂ ਕੁਝ ਹੋਰ ਹੈ, ਅਸੀਂ ਕੋਈ ਮੰਗ ਨਹੀਂ ਕੀਤੀ। ਅਸੀਂ ਆਪਦੇ ਲੈਟਰ ਪੈਡ ਤੇ ਵੀ ਨਹੀਂ ਕੀਤੀ, ਅਸੀਂ ਵਰਬਲੀ ਵੀ ਨਹੀਂ ਕੀਤੀ ਕਿਸੇ ਅਫਸਰ ਤੱਕ। ਇਹ ਸਾਡੀਆਂ ਸੇਵਾਵਾਂ ਨੂੰ ਜਿਹੜਾ ਹੈਗਾ ਉਹ ਇੱਕ ਸਨਮਾਨ ਮਿਲਿਆ ਹੈਗਾ ਤੇ ਇਹ ਸਨਮਾਨ ਸਾਰੇ ਲੋਕਾਂ ਦਾ ਤੇ ਸਾਡੇ ਸਿਰ ਮੱਥੇ ਤੇ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੀ ਕਾਮਯਾਬੀ ਆ ਉਹ ਸਾਰੇ ਜਾਣਦੇ ਆ ਹਨਾ, ਤੇ ਪਰ ਤੁਹਾਡਾ ਬੈਕਗ੍ਰਾਉਂਡ ਕੀ ਹੈ? ਤੁਸੀਂ ਕਿਵੇਂ ਸ਼ੁਰੂਆਤ ਕੀਤੀ? ਕਿਉਂਕਿ ਲੋਕ ਕਹਿੰਦੇ ਆ ਕਿ ਫੰਡਿੰਗ ਬਹੁਤ ਮਿਲਦੀ ਹੈ ਹਨਾ, ਤੁਹਾਡੀ ਸੰਸਥਾ ਨੂੰ ਹੀ ਕਿਉਂ, ਬਾਕੀਆਂ ਨੂੰ ਇਹ ਗੱਲ ਬੋਲਦੇ ਆ ਕਿ ਬਈ ਇਹਨਾਂ ਨੂੰ ਤਾਂ ਨਾ ਇੰਨੇ ਸਾਰੇ ਲੋਕ ਪੈਸੇ ਦਿੰਦੇ ਆ ਨਾ, ਫੰਡ ਦਿੰਦੇ ਆ, ਇਹਦੇ ਵਿੱਚੋਂ ਘਪਲਾ ਕਰਦੇ ਹੀ ਹੋਣਗੇ, ਇਹਦਾ ਗੱਲਾਂ ਬਹੁਤ ਆਉਂਦੀਆਂ। ਤੁਹਾਡਾ ਕੀ ਕਹਿਣਾ ਇਸ ਤੇ? ਜਿਹੜੇ ਆਪ ਕੁਝ ਕਰ ਨਹੀਂ ਸਕਦੇ ਉਹ ਸ਼ੈਤਾਨ ਦਾ ਰੂਪ ਹੁੰਦੇ, ਉਹ ਦੂਸਰੇ ਨੂੰ ਵੀ ਡੀਮੋਰਲਾਈਜ਼ ਕਰਦੇ ਹੈਗੇ ਆ। ਕਿਸੇ ਨੂੰ ਸੋਨੂ ਮਹੇਸ਼ਵਰੀ ਦਾ ਜਿਹੜਾ ਹੱਸਦਾ ਚਿਹਰਾ ਹੈ ਇਹਦੇ ਪਿੱਛੇ ਦਾ ਸੰਘਰਸ਼ ਨਹੀਂ ਪਤਾ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਜਿਹੜੇ ਮੇਰੇ ਜਾਣ ਪਛਾਣ ਦੇ ਹੈ, ਮੇਰੀ ਸੰਸਥਾ ਦੇ ਵਿੱਚ ਵੀ ਜਿਹੜੇ ਮੇਰੇ ਕੋਈ ਪੁਰਾਣੇ ਜੁੜੇ ਹੋਏ ਹੈਗੇ ਸਾਡੇ ਨਾਲ ਹੈ, ਉਹਨਾਂ ਨੂੰ ਵੀ ਇਸ ਲਾਈਫ ਦਾ ਪਤਾ ਹੈਗਾ। ਤੇ ਅੱਜ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਤੁਹਾਡੇ ਚੈਨਲ ਦੇ ਨਾਲ ਮੈਂ ਇਹ ਪਬਲਿਕ ਕਰ ਰਿਹਾ ਹੈਗਾ ਗੱਲ। ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜਦੋਂ ਮੈਂ 2 ਸਾਲ ਦਾ ਸੀ। ਮੇਰੀ ਸਿਸਟਰ ਉਦੋਂ ਇੱਕ ਛੋਟੀ 2 ਮਹੀਨਿਆਂ ਦੀ ਸੀ। ਅਸੀਂ 5 ਭੈਣ ਭਰਾ, ਸਾਡੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀਗਾ ਮੇਰੇ ਮਦਰ ਕੋਲ।
ਤਾਂ ਉਹ ਪੁਦੀਨੇ ਦੀ ਚਟਨੀ ਕੁੱਟ ਕੇ ਸਮੋਸੇ ਵਾਲਿਆਂ ਦੀ, ਉਸ ਦੇ ਨਾਲ ਜਿਹੜੇ ਪੈਸੇ ਉਹਨੂੰ 2 ਰੁਪਏ ਡੇਲੀ ਦੇ ਮਿਲਦੇ ਸੀ, ਉਹਦੇ ਨਾਲ ਸਾਡਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ, ਸਾਨੂੰ ਸਾਰਿਆਂ ਨੂੰ ਪੜ੍ਹਾਇਆ, ਸਾਨੂੰ ਇਸ ਕਾਬਲ ਬਣਾਇਆ। ਉਸ ਤੋਂ ਬਾਅਦ ਸਾਡੀ ਲਾਈਫ ਇਹ ਰਹੀ ਹੈਗੀ ਹੈ ਵੀ ਮੈਂ ਜਦੋਂ 5ਵੀਂ ਕਲਾਸ ਦੇ ਵਿੱਚ ਸੀਗਾ, ਉਸ ਟਾਈਮ ਦੇ ਵਿੱਚ ਵੀ ਮੈਂ ਵੀ ਘਰਦਿਆਂ ਦੇ ਨਾਲ ਲਿਫਾਫੇ ਬਣਾਉਣ ਲੱਗ ਗਿਆ ਸੀ, ਕਾਗਜ਼ ਵਾਲੇ। ਅਸੀਂ ਕਾਗਜ਼ ਵਾਲੇ ਲਿਫਾਫੇ ਬਣਾਉਂਦੇ ਸੀਗੇ ਅਖਬਾਰ ਦੇ, ਰੱਦੀ ਅਖਬਾਰ ਦੇ, ਉਦੋਂ ਬੜੇ ਚੱਲਦੇ ਹੁੰਦੇ ਸੀ ਉਹਲੇ ਦਿਨਾਂ ਦੇ ਵਿੱਚ। ਹਾਂਜੀ। ਉਹ ਸਾਨੂੰ 1000 ਲਿਫਾਫੇ ਦਾ 2.5 ਰੁਪਏ ਮਿਲਦੇ ਸੀਗੇ। 1000 ਲਿਫਾਫਾ ਬਣਾਉਣ ਦਾ ਮਟੀਰੀਅਲ ਉਹਦਾ ਹੁੰਦਾ ਸੀ ਸਾਰਾ ਦੁਕਾਨਦਾਰ ਦਾ, ਅਸੀਂ ਸਿਰਫ ਲੇਬਰ ਕਰਨੀ ਹੁੰਦੀ ਸੀਗੀ। ਉਹ ਰਾਤ ਨੂੰ ਅਸੀਂ 1-1 ਵਜੇ ਤੱਕ ਅਸੀਂ ਉਹ ਆਟੇ ਦੀ ਲੇਵੀ ਬਣਾ ਕੇ ਲਿਫਾਫੇ ਬਣਾਉਂਦੇ, ਤਾਂ ਸਾਡੇ ਜਿਹੜੇ ਉਂਗਲਾਂ ਹੈਗੀਆਂ ਇਹਨਾਂ ਦੇ ਉੱਤੇ ਵੀ ਆਟਾ ਚਿਪਕ ਜਾਂਦਾ, ਉਂਗਲਾਂ ਕਾਲੀਆਂ ਹੋ ਜਾਂਦੀਆਂ, ਕਿਉਂਕਿ ਜਿਹੜਾ ਅਖਬਾਰ ਦਾ ਪ੍ਰਿੰਟ ਹੈਗਾ ਉਹ ਵੀ ਇਹਦੇ ਨਾਲ ਚਿਪਕ ਜਾਂਦਾ ਸੀਗਾ, ਉਂਗਲਾਂ ਕਾਲੀਆਂ ਕਾਲੀਆਂ ਹੋ ਜਾਂਦੀਆਂ। ਲੇਕਿਨ ਅਸੀਂ ਥੱਕੇ ਇੰਨੇ ਜ਼ਿਆਦਾ ਹੁੰਦੇ ਸੀ ਵੀ ਸਾਡੇ ਕੋਲ ਹੱਥ ਧੋਣ ਦਾ ਟਾਈਮ ਨਹੀਂ ਹੁੰਦਾ ਸੀ। ਅਸੀਂ ਲਿਫਾਫਿਆਂ ਦੇ ਢੇਰ ਦੇ ਉੱਤੇ ਹੀ, ਫੱਟਿਆਂ ਦੇ ਉੱਤੇ, ਉੱਥੇ ਸਮਾਨ ਦੇ ਉੱਤੇ ਅਸੀਂ ਜ਼ਮੀਨ ਉੱਤੇ ਹੀ ਸੋ ਜਾਂਦੇ ਸੀਗੇ। ਸਾਡੇ ਅਖਬਾਰ ਦੇ ਪ੍ਰਿੰਟ ਪੁੱਠੇ ਹੋ ਕੇ ਸਾਡੇ ਮੂੰਹ 'ਤੇ ਵੀ ਚਿਪੇ ਹੁੰਦੇ ਸੀ। ਰਾਤ ਨੂੰ ਸਾਡੇ ਆਟੇ ਦੀਆਂ ਉਂਗਲਾਂ ਲਿਬੜੀਆਂ ਹੁੰਦੀਆਂ ਸੀ, ਤਾਂ ਰਾਤ ਨੂੰ ਚੂਹੇ ਦੰਦੀਆਂ ਵੱਢਦੇ ਸੀ ਸਾਡੇ। ਤਾਂ ਨੀਂਦ ਇੰਨੀ ਕੁ ਹੁੰਦੀ ਸੀ ਵੀ ਉਸ ਟਾਈਮ ਬਸ ਐਂ ਹੱਥ ਜਿਹਾ ਝਟਕਾ ਕੇ ਦੁਬਾਰਾ ਫੇਰ ਨੀਂਦ ਆ ਜਾਂਦੀ ਸੀਗੀ, ਸੋ ਜਾਂਦੇ ਸੀ। ਸਵੇਰੇ ਉੱਠ ਕੇ ਸਕੂਲ ਜਾਣਾ ਹੁੰਦਾ ਸੀ, ਜਦੋਂ ਨਹਾਉਂਦੇ ਸੀਗੇ ਤਾਂ ਉਦੋਂ ਸਾਡੇ ਉਂਗਲਾਂ ਦੇ ਵਿੱਚ ਜਿੱਥੇ ਮੋਰੀਆਂ ਹੋਈਆਂ ਹੁੰਦੀਆਂ ਸੀ ਨਾ, ਉੱਥੇ ਮੱਚਦਾ ਸੀਗਾ। ਅਸੀਂ ਰਾਤ ਨੂੰ ਸਾਨੂੰ ਫੇਰ ਭੁੱਖ ਲੱਗ ਜਾਂਦੀ, ਜਿਵੇਂ ਅਸੀਂ 8-9 ਵਜੇ ਰੋਟੀ ਖਾ ਲੈਂਦੇ, ਜਦੋਂ 1 ਵਜੇ ਤੱਕ ਕੰਮ ਕਰਨਾ ਹੁੰਦਾ ਫੇਰ ਭੁੱਖ ਲੱਗ ਜਾਂਦੀ। ਹੁਣ ਰੋਟੀ ਬਣਾਉਣ ਦਾ ਕੋਈ ਸਾਧਨ, ਜਾਂ ਤਾਂ ਕੰਮ ਹੋਊਗਾ ਜਾਂ ਰੋਟੀ ਬਣੂਗੀ। ਫਿਰ ਅਸੀਂ ਕੀ ਕਰਦੇ, ਸੁੱਕੀ ਮੂੰਗੀ ਦਾਲ ਦੀ ਮੁੱਠੀ ਭਰੀ ਤੇ ਉਹ ਖਾ ਲੈਂਦੇ, ਉੱਤੇ ਪਾਣੀ ਪੀ ਲੈਂਦੇ, ਉਹਦੇ ਨਾਲ ਢਿੱਡ ਭਰ ਜਾਂਦਾ। ਅਸੀਂ ਆਪਦਾ ਕੰਮ ਕਰਦੇ, 1-1.5 ਵਜੇ ਤੱਕ ਸੌ ਜਾਂਦੇ, ਸਵੇਰੇ ਉੱਠਦੇ ਨਹਾ ਨੂੰ ਕੇ ਸਕੂਲਾਂ ਦੇ ਵਿੱਚ ਚਲੇ ਜਾਂਦੇ। ਅਸੀਂ ਆਪਦੀ ਕੰਮਾਂ ਦੁਬਾਰਾ ਫਿਰ ਅਸੀਂ ਵਾਪਸੀ ਆਉਂਦੇ ਸਕੂਲ ਤੋਂ, ਤਾਂ ਜਿਹੜੇ ਫਿਰ ਅਸੀਂ ਕੀ ਕੀਤਾ ਵੀ ਅਸੀਂ ਰੱਦੀ ਖੁਦ ਖਰੀਦਣੀ ਸ਼ੁਰੂ ਕਰਤੀ ਅਖਬਾਰਾਂ ਦੀ। ਅਸੀਂ ਕੰਮ ਬੰਦ ਕਰਤਾ ਜਿੱਥੋਂ ਅਸੀਂ ਲੈ ਕੇ ਕਰਦੇ ਸੀਗੇ। ਅਸੀਂ ਅਖਬਾਰ ਖਰੀਦਦੇ, ਉਹਦੇ ਲਿਫਾਫੇ ਬਣਾਉਂਦੇ, ਅਸੀਂ ਵੇਚਣ ਵਾਸਤੇ ਜਾਂਦੇ, ਬੱਸ ਅੱਡਾ ਕਿਤੇ ਹੋਰ ਪੈਦਲ ਹੀ ਨਿਕਲ ਜਾਂਦੇ ਸੀ ਸਾਰੇ ਭੈਣ ਭਰਾ। ਅਸੀਂ ਇਹ ਜਿਹੜਾ ਸੰਘਰਸ਼ ਅਸੀਂ ਇਹ ਕੀਤਾ ਹੈਗਾ। ਫਿਰ ਮੇਰੀ ਇੱਕ ਜਿਹੜੇ ਮੈਰਿਡ ਸਿਸਟਰ ਸੀਗੇ, ਉਹਨਾਂ ਦੀ ਡੈਥ ਉਦੋਂ ਮੈਂ 17 ਸਾਲ ਦਾ ਸੀ, ਮੇਰੇ ਹੱਥਾਂ ਦੇ ਵਿੱਚ ਹੀ ਉਹਨਾਂ ਦੀ ਜਾਨ ਗਈ ਹੈਗੀ ਹੈ। ਅੱਛਾ। ਤੇ ਮੈਂ ਉਸ ਟਾਈਮ ਦੇਖਿਆ ਵੀ ਜਿਹੜਾ ਸਹੀ ਰੱਬ ਹੁੰਦਾ, ਸਹੀ ਪਰਮਾਤਮਾ ਕੀ ਹੁੰਦਾ। ਮੇਰੇ ਜੀਜਾ ਜੀ ਅਕਾਊਂਟੈਂਟ ਦਾ ਕੰਮ ਕਰਦੇ ਸੀ। ਮੇਰੇ ਦੀਦੀ ਦੀ ਡਿਲੀਵਰੀ ਟਾਈਮ ਬਹੁਤ ਜ਼ਿਆਦਾ ਬਲੀਡਿੰਗ ਹੋਣ ਕਰਕੇ ਉਹਨਾਂ ਦੀ ਕਿਡਨੀਆਂ ਫੇਲ ਹੋ ਗਈਆਂ 2 ਦਿਨਾਂ ਦੇ ਵਿੱਚ ਹੀ। ਤੇ ਜਦੋਂ ਅਸੀਂ ਉੱਥੇ ਗਏ ਤਾਂ ਜੀਜਾ ਜੀ ਤਾਂ ਉੱਥੇ ਰੋਣ ਲੱਗ ਗਏ। ਉਹ ਕਹਿੰਦੇ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੈਂ ਤਾਂ ਆਪ ਖੁਦ ਅਕਾਊਂਟੈਂਟ ਦਾ ਕੰਮ ਕਰਦਾ। ਤਾਂ ਉੱਥੇ ਲੋਕਾਂ ਦੀ ਲਾਈਨ ਲੱਗੀ ਹੋਈ ਸੀ ਬਲੱਡ ਦੇਣ ਵਾਲਿਆਂ ਦੀ, 30-35 ਜਣੇ ਤਾਂ ਖੜੇ ਸੀ, ਕਹਿੰਦੇ ਸਾਡਾ ਬਲੱਡ ਲੈ ਲਓ। ਤੇ ਕੁਝ ਲੋਕਾਂ ਨੇ ਉੱਥੇ ਕੈਸ਼ ਦੇ ਲਿਫਾਫੇ ਭਰ ਕੇ ਦੇਤੇ, ਤੇ 1-2 ਜਣਿਆਂ ਨੇ ਉਹਨਾਂ ਨੂੰ ਚੈੱਕ ਸਾਈਨ ਕਰਕੇ ਦੇਤੇ ਵੀ ਜਿੰਨੇ ਮਰਜ਼ੀ ਭਰਦੀ। ਹਾਂਜੀ। ਉਹ ਵਾਲੇ ਦਿਨਾਂ ਦੇ ਵਿੱਚ ਸਾਡਾ ਗੰਗਾਰਾਮ ਹਸਪੀਟਲ ਦੇ ਵਿੱਚ ਸਾਡਾ ਕਮਰਾ ਫੋਨ ਦੇ ਉੱਤੇ ਬੁੱਕ ਕਰਵਾਤਾ, ਜਦੋਂ ਕਿ ਨਾ ਤਾਂ ਸਾਡੀ ਇੱਥੇ ਔਕਾਤ ਸੀ ਤੇ ਨਾ ਸਾਡੇ ਉੱਥੇ ਪਰਿਵਾਰ ਜਿਹੜਾ ਜੀਜਾ ਜੀ ਦਾ, ਉਹ ਵੀ ਸੰਘਰਸ਼ ਦਾ ਟਾਈਮ ਸੀਗਾ ਉਹਨਾਂ ਦਾ, ਜਿਵੇਂ ਉਹ ਆਪ ਖੁਦ ਨੌਕਰੀ ਕਰ ਰਹੇ ਸੀ ਅਕਾਊਂਟੈਂਟ ਦੀ। ਤਾਂ ਉਹਨਾਂ ਲਈ ਵੀ ਐਡਾ ਵੱਡਾ ਪ੍ਰੋਗਰਾਮ ਕਰਨਾ ਕੋਈ ਮਾਈਨਰ ਗੱਲ ਨਹੀਂ ਸੀ। ਵੈਂਟੀਲੇਟਰ ਵਾਲੀ ਜਿਹੜੀ ਐਂਬੂਲੈਂਸ ਹੈਗੀ ਉਹ ਵਾਲੇ ਦਿਨਾਂ ਦੇ ਵਿੱਚ ਬੁੱਕ ਹੋ ਕੇ ਸਾਡੇ ਗੇਟ ਤੇ ਆ ਗਈ। ਉਹ ਹਸਪੀਟਲ ਦੇ ਹਿਸਾਰ 'ਚ ਸੀਗੇ ਅਸੀਂ। ਮੈਂ ਉੱਥੇ ਦੇਖਿਆ ਵੀ ਰੱਬ ਕੀ ਹੈ। ਰੱਬ ਤਾਂ ਉਹ ਬੰਦੇ ਸੀ ਨਾ ਜਿਹੜੇ ਚੈੱਕ ਲਈ ਖੜੇ ਸੀ, ਕੈਸ਼ ਲਈ ਖੜੇ ਸੀ ਤੇ ਬਲੱਡ ਦੇਣ ਲਈ ਖੜੇ ਸੀ। ਅਸਲੀ ਰੱਬ ਤਾਂ ਉਹ ਸੀ ਨਾ ਜਿਹੜੇ ਸਾਡੇ ਮੁਸੀਬਤ ਵੇਲੇ ਉੱਥੇ ਨਾਲ ਖੜੇ ਸੀ। ਚਲੋ ਮੇਰੇ ਸਿਸਟਰ ਨਹੀਂ ਬਚ ਪਾਏ, ਉਹਨਾਂ ਦੀ ਜਾਨ ਤੋਂ ਪਹਿਲਾਂ ਹੀ ਡੈਥ ਹੋ ਗਈ। ਇਹ ਜਿਹੜੀ ਡੈਥ, ਇੱਕ ਹੋਰ ਡੈਥ ਜਿਹੜੀ ਮੈਂ ਆਪਦੀ ਲਾਈਫ ਦੇ ਵਿੱਚ ਆਪਦੀ ਅੱਖੀ ਦੇਖੀ। ਤਾਂ ਆਹ ਚੀਜ਼ਾਂ ਦੇ ਕਾਰਨ, ਆਹ ਇੰਨਾ ਤਕਲੀਫਾਂ ਦੇਖ ਦੇਖ ਕੇ ਸਾਨੂੰ ਜਦੋਂ ਕਿ ਦੁੱਖ ਤਕਲੀਫ ਹੁੰਦੀ ਹੈ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਕਹਿੰਦੇ ਕੋਈ ਨਹੀਂ, ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ। ਤਾਂ ਲੋਕਾਂ ਨੂੰ ਐਂ ਲੱਗਦਾ ਯਾਰ ਵੀ ਇਹ ਇੰਨਾ ਖੁਸ਼, ਇੰਨਾ ਹੱਸਦੇ ਰਹਿੰਦੇ ਆ, ਇਹਨਾਂ ਦੇ ਕੋਈ ਟੈਨਸ਼ਨ ਹੀ ਹੈ ਨਹੀਂ। ਅਸੀਂ ਲੱਖ ਰੁਪਏ 2 ਲੱਖ ਰੁਪਏ ਮਹੀਨਾ ਕਮਾਉਂਦੇ ਆ ਤਾਂ ਅਸੀਂ ਤਾਂ ਟੈਨਸ਼ਨਾਂ 'ਚ ਹੀ ਘਿਰੇ ਰਹਿੰਦੇ ਆ। ਬਿਲਕੁਲ। ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹਨਾਂ ਦੀ ਇਨਕਮ ਸ਼ਾਇਦ ਹੋ ਸਕਦਾ ਇਦੋਂ ਵੀ ਜ਼ਿਆਦਾ ਹੋਵੇ, ਪਰ ਸਿਰਫ ਇੱਕੋ ਹੀ ਗੱਲ ਦਾ ਫਰਕ ਹੈ ਵੀ ਅਸੀਂ ਦੁੱਖ ਇੰਨੇ ਕੁ ਜ਼ਿਆਦਾ ਹੰਡਾਏ ਹੈਗੇ ਆ ਵੀ ਸਾਨੂੰ ਇਹ ਦੁੱਖ ਨਹੀਂ ਲੱਗਦੇ। ਅਸੀਂ ਕਹਿੰਦੇ ਜੇ ਰੋਟੀ ਮਿਲ ਗਈ ਨਾ ਤਾਂ ਅਸੀਂ ਰਾਜੀ ਹਾਂ। ਅੱਜ ਵੀ ਕੋਈ ਬੰਦਾ ਸਾਬਤ ਕਰਦੇ ਵੀ ਸੋਨੂ ਮਹੇਸ਼ਵਰੀ ਦੇ ਨਾਂ 'ਤੇ ਆ, ਉਹਦੀ ਪੂਰੀ ਫੈਮਿਲੀ ਦੇ ਵਿੱਚ, ਮੇਰੀ ਵਾਈਫ ਦੇ ਨਾਂ 'ਤੇ, ਮੇਰੇ ਬੱਚੇ ਦੇ ਨਾਂ 'ਤੇ 20,000 ਰੁਪਏ ਦੀ ਵੀ ਐਫਡੀ ਹੋਵੇ, ਕੋਈ ਲਾਈਫ ਇੰਸ਼ੋਰੈਂਸ ਕਰਾਇਆ ਹੋਵੇ ਅਸੀਂ, ਜਾਂ ਸਾਡੇ ਬੈਂਕ ਬੈਲੈਂਸ ਹੀ ਚੈੱਕ ਕਰ ਲਓ ਆ ਕੇ ਵੀ ਉਹ ਕਿੰਨਾ ਕੁ ਹੈ। ਅੱਜ ਵੀ ਅਸੀਂ ਹੈਂਡ ਟੂ ਮਾਊਥ ਹੀ ਆ, ਸਿਰਫ ਰੋਟੀ ਖਾਂਦੇ ਹਾਂ, ਬਸ ਇੰਜੋਏ ਕਰਦੇ ਹਾਂ ਲਾਈਫ ਦਾ, ਕਿਉਂਕਿ ਦੁੱਖ ਦੇ ਨਾਲ ਹੀ ਜੀਣਾ ਪਊਗਾ ਤੁਹਾਨੂੰ। ਜਿਹੜਾ ਅੱਜ ਕੱਲ ਦਾ ਯੂਥ ਹੈ ਨਾ, ਜੇ ਇੰਨੀ ਜਿਹੀ ਵੀ ਦਿੱਕਤ ਆ ਜਾਵੇ ਨਾ ਤਾਂ ਉਹਨੂੰ ਐਂ ਹੁੰਦਾ ਕਿ ਬਸ ਡਿਪਰੈਸ਼ਨ 'ਚ ਚਲੇ ਜਾਂਦੇ, ਮਰ ਜਾਂਦੇ ਆ। ਤੁਹਾਡੇ ਮਨ ਨਹੀਂ ਕੀਤਾ? ਅਸੀਂ ਬੜਾ ਹੱਸਦੇ ਹਾਂ ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਮੈਂ ਕਿਹਾ ਤੁਹਾਨੂੰ ਪਤਾ ਦੁੱਖ ਤਕਲੀਫ ਕੀ ਹੁੰਦੀ ਹੈ? ਬਿਲਕੁਲ। ਤੁਸੀਂ ਜ਼ਿੰਦਗੀ ਦੇ ਵਿੱਚ ਝੱਲੀ ਨਹੀਂ। ਉਹਦੇ ਪਿੱਛੇ ਕਾਰਨ ਕਿਤੇ ਨਾ ਕਿਤੇ ਨਾ ਮਾਂ-ਬਾਪ ਵੀ ਹੁੰਦੇ ਆ। ਵੀ ਮਾਂ-ਬਾਪ ਕਾਰਨ ਕਿਉਂ ਹੁੰਦੇ ਆ, ਬੱਚੇ ਡਿਪਰੈਸ਼ਨ 'ਚ ਕਿਉਂ ਚਲੇ ਜਾਂਦੇ ਆ, ਸੁਸਾਈਡ ਕਿਉਂ ਕਰ ਲੈਂਦੇ ਆ, ਨਸ਼ੇ 'ਚ ਕਿਉਂ ਪੈ ਜਾਂਦੇ ਆ, ਉਹਦੇ ਪਿੱਛੇ ਅਸੀਂ ਮਾਂ-ਬਾਪ ਵੀ ਕਿਤੇ ਨਾ ਕਿਤੇ ਕਾਰਨ ਹੁੰਦੇ ਆ। ਬੱਚੇ ਨੂੰ ਪੱਕਾ ਨਹੀਂ ਬਣਾਉਂਦੇ ਅਸੀਂ। ਥੋੜੀ ਜਿਹੀ ਤਕਲੀਫ ਆ ਜਾਂਦੀ ਹੈਗੀ, ਉਹ ਕਹਿੰਦੇ ਅਸੀਂ ਦੁਖੀ ਬਹੁਤ ਆ ਗਏ, ਉਹਦੇ ਪਿੱਛੇ ਕਾਰਨ ਮਾਂ-ਪਿਓ ਹੈ।
ਮਾਪਿਓ ਜਦੋਂ ਅਸੀਂ ਛੋਟੇ ਬੱਚੇ ਨੂੰ ਗੋਦੀ ਚੱਕ ਕੇ ਕਿਸੇ ਦੇ ਜਗਰਾਤਾ ਹੁੰਦਾ ਹੈ, ਕਿੱਟੀ ਪਾਰਟੀ ਹੁੰਦੀ ਹੈ, ਵਿਆਹ ਹੁੰਦਾ ਹੈ, ਉਦੋਂ ਉਹਨੂੰ ਸਜਾ ਸਜੂ ਕੇ ਨਾਲ ਲੈ ਜਾਂਦੇ ਆ। ਹਾਂਜੀ ਬਿਲਕੁਲ। ਉਹ ਬੱਚਾ ਦੇਖਦਾ ਵਧੀਆ ਇਨਵਾਇਰਨਮੈਂਟ, ਨੱਚ ਰਹੇ ਆ ਲੋਕ, ਗਾ ਰਹੇ ਆ, ਡੀਜੇ ਲੱਗਿਆ ਹੋਇਆ ਹੈ, ਪਕਵਾਨ ਬਣੇ ਹੋਏ ਆ, ਸਾਰੇ ਹੱਸ ਰਹੇ ਆ। ਹਾਂਜੀ। ਜਦੋਂ ਮਰਗ ਹੋ ਜਾਂਦੀ ਹੈ ਆਪਾਂ ਕਹਿੰਦੇ ਵੀ ਬੱਚੇ ਦਾ ਕੀ ਕੰਮ ਹੈ, ਨਹੀਂ ਰਾਮਬਾਗ ਨਹੀਂ ਲੈ ਕੇ ਜਾਣਾ, ਨਹੀਂ ਆਪਾਂ ਬੈਠਣ ਲਈ ਨਹੀਂ ਲੈ ਕੇ ਜਾਣਾ, ਬੱਚੇ ਦਾ ਕੀ ਕੰਮ ਹੈ ਉੱਥੇ। ਬਿਲਕੁਲ। ਬੱਚੇ ਨੂੰ ਲੈ ਕੇ ਜਾਓ, ਵਿਆਹ ਛੱਡ ਦੋ ਭਾਵਾਂ, ਉਸ ਨੂੰ ਤਕਲੀਫ ਦਿਖਾਓ ਕੀ ਹੁੰਦੀ ਹੈ, ਉਹਨੂੰ ਸਮਝ ਆਵੇ। ਉਹ ਤੁਹਾਨੂੰ ਕੁਐਸਚਨ ਪੁੱਛੇ, ਤੁਹਾਡਾ 5 ਸਾਲ ਦਾ 7 ਸਾਲ ਦਾ ਬੱਚਾ, ਵੀ ਮੰਮੀ ਪਾਪਾ ਇਹ ਰੋ ਕਿਉਂ ਰਹੇ ਹੈ, ਕੀ ਹੋ ਗਿਆ, ਉਹਨਾਂ ਨੂੰ ਦੱਸੋ ਵੀ ਬੇਟਾ ਇਹ ਹੋ ਗਿਆ, ਆਹ ਪ੍ਰੋਬਲਮ ਹੈ। ਉਹਨਾਂ ਨੂੰ ਕਿਉਂ ਨਹੀਂ ਲੈ ਕੇ ਜਾਂਦੇ? ਅਸੀਂ ਉਹਨਾਂ ਨੂੰ ਕੋਈ ਤਕਲੀਫ ਹੀ ਨਹੀਂ ਆਉਣ ਦਿੰਦੇ। ਮੈਂ ਆਪਦੇ ਅੱਜ ਵੀ ਦੇਖਦਾ ਹੈਗਾ ਵੀ ਬੱਚੇ +2 ਦੇ ਵਿੱਚ ਫਸਟ ਈਅਰ ਦੇ ਵਿੱਚ ਹੋ ਚੁੱਕੇ ਹੈ, ਜਦੋਂ ਉਹ ਕਾਲਜ ਤੋਂ ਘਰ ਆਉਂਦੇ ਹੈ ਹਾਂਜੀ ਤਾਂ ਉਹਨਾਂ ਦੇ ਘਰ ਦਾ ਇਨਵਾਇਰਨਮੈਂਟ ਇਹ ਹੁੰਦਾ ਹੈਗਾ ਵੀ ਠੰਡੇ ਗਲਾਸ ਦਾ ਪਾਣੀ ਲੈ ਕੇ ਉਹਦਾ ਵੈਲਕਮ ਕਰਨ ਵਾਸਤੇ ਖੜੇ ਹੁੰਦੇ ਹੈਗੇ ਆ ਵੀ ਆਓ ਬੱਚੇ ਵੀ ਆ ਪੀਓ। ਅਸੀਂ ਉਹਨੂੰ ਤਕਲੀਫ ਨੇੜੇ ਤੇੜੇ ਵੀ ਨਹੀਂ ਆਉਣ ਦਿੰਦੇ। ਚੰਗੀ ਗੱਲ ਹੈ, ਹਰ ਇੱਕ ਮਾਂ ਪਿਓ ਦਾ ਫਰਜ਼ ਹੁੰਦਾ ਹੈ। ਹਾਂਜੀ। ਲੇਕਿਨ ਅਸਲੀਅਤ ਦੇ ਨਾਲ ਜਾਣੂ ਕਦੋਂ ਕਰਾਉਂਗੇ? ਜਦੋਂ ਉਹਦੇ ਤੇ ਪਹਿਲਾਂ ਤਾਂ ਅਸੀਂ ਉਸ ਨੂੰ ਇਸ ਤਰੀਕੇ ਨਾਲ ਪਾਲ ਲੈਂਦੇ ਆ ਵੀ ਅਸੀਂ ਉਹਨੂੰ ਠੰਡਾ ਪਾਣੀ ਵੀ ਉਹਦੇ ਆਉਣ ਤੇ ਦਿੰਦੇ ਆ। ਜਦੋਂ ਉਹਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਹੈ, ਡਿਗਰੀ ਕਰ ਲੈਂਦਾ ਹੈ, ਫਿਰ ਅਸੀਂ ਕਹਿੰਦੇ ਲੱਗ ਜਾ ਕਮਾਈ ਤੇ, ਤੇਰਾ ਵਿਆਹ ਕਿਵੇਂ ਹੋਊਗਾ, ਰਿਸ਼ਤਾ ਕਿਵੇਂ ਹੋਊਗਾ, ਘਰੇ ਬੈਠਾ ਰਹਿਣਾ, ਤੇਰੇ ਤੋਂ ਕੰਮ ਨਹੀਂ ਹੁੰਦਾ। ਉਹ ਇੱਕੋ ਦਮ ਕੰਮ ਕਿਵੇਂ ਕਰੂਗਾ? ਪ੍ਰੈਸ਼ਰ ਪਾ ਦਿੰਦੇ ਆ। ਅਸੀਂ ਖੁਦ ਹੀ ਉਸ ਤੇ ਪ੍ਰੈਸ਼ਰ ਪਾ ਦਿੰਦੇ ਆ। ਉਹ ਡਿਪਰੈਸ਼ਨ 'ਚ ਤਾਂ ਜਾਊਗਾ ਹੀ ਜਾਊਗਾ। ਬਿਲਕੁਲ। ਉਹਦੇ ਲਈ ਉਹਨੂੰ ਪਤਾ ਹੀ ਨਹੀਂ ਕੰਮ ਕਿਵੇਂ ਕਰਨਾ, ਜੌਬ ਕਿਵੇਂ ਕਰਨੀ ਹੈ। ਉਹ ਡਿਪਰੈਸ਼ਨ 'ਚ ਆ ਜਾਂਦਾ ਬੱਚਾ। ਉਹ ਫਿਰ ਉਹ ਕੀ ਕਰੂਗਾ ਡਿਪਰੈਸ਼ਨ 'ਚ ਆ ਕੇ? ਉਹ ਪੁੱਠੇ ਕੰਮ ਵੱਲ ਜਾਊਗਾ, ਉਹਦੇ ਗਲਤ ਆਊਗਾ ਦਿਮਾਗ ਦੇ ਵਿੱਚ। ਜਾਂ ਤਾਂ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੋ ਜਾਊਗਾ ਵਿਚਾਰਾ, ਜਾਂ ਸੁਸਾਈਡ ਕਰੂਗਾ, ਜਾਂ ਨਸ਼ਾ 'ਚ ਲੱਗੂਗਾ। ਉਹਦੇ ਕੋਲ ਆਪਸ਼ਨ ਹੀ ਅਸੀਂ ਬਣਾ ਕੇ ਦਿੰਦੇ ਉਸ ਨੂੰ ਆਪਸ਼ਨ। ਬੱਚਿਆਂ ਨੂੰ ਕਿਉਂ ਨਹੀਂ ਅਸੀਂ ਨਾਲ ਕੰਮ ਕਰਾਉਂਦੇ ਆਪਦੇ? ਇਹ 'ਚ ਕੀ ਸ਼ਾਨ ਘਟ ਜੂਗੀ? ਇਹਦੇ ਪਿੱਛੇ ਮਾਪਿਆਂ ਨੂੰ ਸੋਚਣਾ ਚਾਹੀਦਾ ਹੈ। ਹਾਂਜੀ। ਵੀ ਹੁਣ ਪਤਾ ਲੱਗਿਆ ਕਿ ਸੋਨੂ ਮਹੇਸ਼ਵਰੀ ਅਸਲ 'ਚ ਹੈ ਕੌਣ। ਥੈਂਕ ਯੂ ਸਰ, ਤੁਹਾਡੇ ਨਾਲ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ। ਵੀ ਨੌਜਵਾਨ ਵੈਲਫੇਅਰ ਸੁਸਾਇਟੀ ਇੰਨੀ ਵਧੀਆ ਕਿਉਂ ਹੈ? ਕਿਉਂਕਿ ਤੁਸੀਂ ਉਹਨਾਂ ਦਾ ਮੁੱਢ ਹੋ, ਹਨਾ। ਵੀ ਹੁਣ ਪਤਾ ਲੱਗਿਆ ਕਿ ਸਰ ਲੜਾਕੂ ਨਹੀਂ ਹੈ, ਬਹੁਤ ਹੋਰ ਵੀ ਕੁਆਲਿਟੀਜ਼ ਹੈ ਇਹਨਾਂ 'ਚ। ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਦਾ ਟਾਈਮ ਹੈ ਸ਼ੋਸ਼ੇਬਾਜ਼ੀ ਦਾ। ਲੋਕ ਬਹੁਤ ਹੈਲਪ ਕਰਦੇ ਇੱਕ ਦੂਜਿਆਂ ਦੀ, ਪਰ ਸ਼ੋਸ਼ਾ ਕਰਦੇ ਆ ਕਿ ਵੀਡੀਓਜ਼ ਬਣਾ ਕੇ ਪਾਉਂਦੇ ਆ। ਉੱਥੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਕੋਈ ਸ਼ੋਸ਼ਾ ਨਾ ਕਰਦੇ ਹੋਏ ਇੰਨਾ ਵਧੀਆ ਕੰਮ ਕਰ ਰਹੀ ਹੈ ਤੇ ਅਸੀਂ ਪ੍ਰੇ ਕਰਾਂਗੇ ਕਿ ਉਹ ਅੱਗੇ ਇਦਾਂ ਹੀ ਲੋਕਾਂ ਦੀ ਹੈਲਪ ਵੀ ਕਰਦੀ ਰਹੇ।